ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਡੱਬੀਆਂ ਵਾਲਾ ਝੱਗਾ ਪਾ ਕੇ ਜੱਜ ਰਹੇ ਹੋ। ਬਹੁਤ ਮਿਹਰਬਾਨੀ, ਤੁਹਾਡਾ ਧੰਨਵਾਦ, ਸ਼ੁਕਰੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ, ਪੂਰੀ ਤਰ੍ਹਾਂ ਗੁਲਜ਼ਾਰ ਆ। ਮਨ ਕਦੇ ਕਦੇ ਮਹਿਸੂਸ ਜਿਹਾ ਜਾਂਦਾ ਜਦੋਂ ਅੱਜ ਕੱਲ੍ਹ ਦੀਆਂ ਖਬਰਾਂ ਪੜ੍ਹਦੇ ਆ, ਪਰ ਉਦਾਂ ਠੀਕ ਹੈ, ਚੜ੍ਹਦੀ ਕਲਾ ਦੇ ਵਿੱਚ ਆ ਜੀ। ਤੇ ਮੌਸਮ ਕਿਵੇਂ ਹੈ? ਮੌਸਮ ਗਰਮ ਆ ਤੇ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਹਾਲੇ ਕੋਈ ਸੰਭਾਵਨਾ ਨਹੀਂ ਤੇ ਮੀਂਹ ਪਵੇ ਵੀ ਨਾ, ਇਹਦੀ ਅਸੀਂ ਕਾਮਨਾ ਕਰਦੇ ਆ। ਮੌਸਮ ਬਿਲਕੁਲ ਸਾਫ਼ ਆ। ਜਦੋਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਆ ਤੇ ਬਾਹਰ ਤਿੱਖੜ ਧੁੱਪ ਆ। ਬਿਲਕੁਲ ਸਹੀ। ਤੇ ਹੁਣ ਚੱਜ ਦੇ ਵਿਚਾਰ ਦੀ ਪੇਸ਼ਕਾਰੀ ਕਰਦੀ ਹੈ ਪਹਿਲਾਂ ਤੁਹਾਡਾ। ਮੈਨੂੰ ਪਹਿਲਾਂ ਹੀ ਪਤਾ ਸੀ ਟਾਣਾ ਸਾਹਿਬ। ਐਵੇਂ ਨਹੀਂ ਕਹਿੰਦੇ ਘਰ ਦਾ ਪੇਤੀ ਲੰਕਾ ਢਾਏ। ਅੱਛਾ, ਤੁਸੀਂ ਢਾਤੀ। ਕੀ ਹੋਇਆ? ਮੈਂ ਕੀ ਕਿਹਾ ਸੀ ਆਉਂਦੇ ਹੀ? ਤੁਸੀਂ ਮੈਨੂੰ ਕਿਹਾ ਸੀ ਵੀ ਅੱਜ ਮੇਰੇ ਕੋਲੇ ਦੋ ਚੱਜ ਦੇ ਵਿਚਾਰ ਆ, ਤੁਸੀਂ ਭਾਵੇਂ ਇੱਕ ਹੀ ਬੋਲਿਓ। ਸੱਚ ਦੱਸੋ। ਤੁਸੀਂ ਇਹੀ ਕਿਹਾ ਸੀ। ਸੱਚ ਦੱਸੋ। ਸੱਚ ਇਹ ਆ ਵੀ ਤੁਹਾਡੇ ਕੋਲੇ ਇੱਕ ਚੱਜ ਦਾ ਵਿਚਾਰ ਆ ਜਿਹੜਾ ਬਹੁਤ ਵਧੀਆ। ਦੋਵਾਂ ਤੋਂ ਇੱਕ ਤੇ ਆ ਗਏ ਹੋ। ਨਹੀਂ, ਮੈਂ ਉਹ ਚਲੋ ਮਜ਼ਾਕ ਕਰਦਾ ਸੀਗਾ, ਪਰ ਜਿਹੜਾ ਇੱਕ ਆ ਤੁਹਾਡੇ ਕੋਲੇ ਉਹ ਸਿਰਾ ਲਾਊ ਆ। ਪਹਿਲਾਂ ਤੁਸੀਂ ਸਾਂਝਾ ਕਰੋ। ਕਮਾਲ ਕੀਤੀ ਪਈ ਉਹਨੇ ਜੀ। ਮੇਰਾ ਚੱਜ ਦਾ ਵਿਚਾਰ ਇਹ ਆ ਕਿ ਜ਼ਿੰਦਗੀ ਦੇ ਵਿੱਚ ਇੱਕ ਦੋਸਤ ਕੱਚ ਵਰਗਾ ਹੋਣਾ ਚਾਹੀਦਾ ਤੇ ਇੱਕ ਪਰਛਾਵੇਂ ਵਰਗਾ। ਇੱਕ ਦੋਸਤ ਹਮੇਸ਼ਾ ਕੱਚ ਵਰਗਾ ਹੋਣਾ ਚਾਹੀਦਾ ਤੇ ਘੱਟੋ ਘੱਟ ਇੱਕ ਦੋਸਤ ਜ਼ਰੂਰ ਪਰਛਾਵੇਂ ਵਰਗਾ ਹੋਣਾ ਚਾਹੀਦਾ, ਕਿਉਂਕਿ ਕੱਚ ਕਦੇ ਝੂਠ ਨਹੀਂ ਬੋਲਦਾ ਤੇ ਪਰਛਾਵਾਂ ਕਦੇ ਸਾਥ ਨਹੀਂ ਛੱਡਦਾ। ਵਾਹ ਵਾਹ, ਕੀ ਬਾਤ ਹੈ। ਇੱਕ ਹੋਰ ਚੱਜ ਦਾ ਵਿਚਾਰ ਸੁਣਾਉਣਾ। ਸੁਣਾ ਦਿਓ। ਇਹ ਅੱਜ ਦੇ ਗੋਦੀ ਮੀਡੀਆ ਦੇ ਉੱਤੇ ਬਹੁਤ ਵੱਡੀ ਤੇ ਕਰਾਰੀ ਸੱਟ ਵਾਲਾ ਚੱਜ ਦਾ ਵਿਚਾਰ ਆ ਕਿ 1947 ਦੇ ਵਿੱਚ ਜੇਕਰ ਅੱਜ ਵਾਂਗੂ ਟੀਵੀ ਚੈਨਲ ਹੁੰਦੇ ਤਾਂ ਅੰਗਰੇਜ਼ਾਂ ਨੇ ਭਾਰਤੀ ਮੀਡੀਆ ਖਰੀਦ ਲੈਣਾ ਸੀ ਤੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਨੇ ਲੋਕਾਂ ਨੂੰ ਗੁਲਾਮੀ ਦੇ ਫਾਇਦੇ ਦੱਸਣੇ ਸ਼ੁਰੂ ਕਰ ਦੇਣੇ ਸੀ। ਜੀ ਬਿਲਕੁਲ ਸਹੀ। ਗੁਲਾਮ ਰਹਿਣ ਦੇ ਆ ਫਾਇਦੇ ਹੁੰਦੇ ਆ, ਗੁਲਾਮ ਰਹੋ ਵੱਧ ਤੋਂ ਵੱਧ, ਇਹਦੇ ਨਾਲ ਤੁਹਾਨੂੰ ਜ਼ਿੰਦਗੀ ਦੇ ਵਿੱਚ ਆ ਸਹੂਲਤਾਂ ਮਿਲਣਗੀਆਂ। ਇਸ ਕਰਕੇ ਚੰਗੀ ਗੱਲ ਆ ਕਿ ਉਸ ਵਕਤ ਟੀਵੀ ਨਹੀਂ ਸੀ, ਉਸ ਵਕਤ ਅੱਜ ਵਾਲੇ ਚੈਨਲ ਨਹੀਂ ਸੀ, ਨਹੀਂ ਤਾਂ ਇਹਨਾਂ ਨੇ ਸਾਰੇ ਕੰਮ ਹੀ ਪਵਾੜੇ ਨੁਮਾ ਕਰਨੇ ਸੀ। ਬਿਲਕੁਲ ਸਹੀ ਗੱਲ ਹੈ। ਤੇ ਮੇਰਾ ਚਾਹੀਦਾ ਵਿਚਾਰ ਵੀ ਤੁਹਾਡੇ ਵਾਲੇ ਪਹਿਲੇ ਚਾਹੀਦੇ ਵਿਚਾਰ ਦੇ ਨਾਲ ਮਿਲਦਾ ਜੁਲਦਾ। ਟਾਣਾ ਸਾਹਿਬ ਕਹਿੰਦੇ ਲੋਕਾਂ ਨੇ ਕਦੇ ਵੀ ਸ਼ੀਸ਼ਾ ਨਹੀਂ ਸੀ ਵੇਖਣਾ। ਲੋਕਾਂ ਨੇ ਕਦੇ ਵੀ ਨਹੀਂ ਸੀ ਵੇਖਣਾ ਸ਼ੀਸ਼ਾ, ਜੇਕਰ ਉਹਦੇ 'ਚ ਚਿੱਤਰ ਦੀ ਥਾਂ ਚਰਿੱਤਰ ਦਿਖਦਾ ਹੁੰਦਾ। ਵਾਹ ਵਾਹ, ਕੀ ਬਾਤ ਆ, ਬਹੁਤ ਖੂਬ, ਸ਼ੁਕਰੀਆ, ਬਹੁਤ ਕਮਾਲ। ਇਹ ਸ਼ੀਸ਼ਾ ਜਿਹੜਾ ਹੈ ਨਾ, ਇਹ ਬੋਲਦਾ ਨਹੀਂ, ਇਹ ਸ਼ੀਸ਼ਾ ਚਰਿੱਤਰ ਨਹੀਂ ਦੱਸਦਾ। ਨਹੀਂ ਤਾਂ ਜੇਕਰ ਇਹ ਚਰਿੱਤਰ ਦੱਸਦਾ ਹੁੰਦਾ ਤਾਂ ਅੱਧਿਆਂ ਨੇ ਵੈਸੇ ਹੀ ਲੁਕ ਕੇ ਲੰਘ ਜਾ ਕਰਨਾ ਸੀ। ਮੈਨੂੰ ਵੇਖਾ ਨਾ, ਇਹ ਸੱਚ ਬੋਲ ਦਊਗਾ। ਕੱਲਾ ਚਿੱਤਰ ਵੇਖ ਕੇ ਹੀ ਖੁਸ਼ ਹੋਈ ਜਾਂਦੇ। ਬਹੁਤ ਖੂਬ, ਬਹੁਤ ਖੂਬ, ਸ਼ੁਕਰੀਆ, ਬਹੁਤ ਸੋਹਣੀ ਗੱਲ ਕੀਤੀ ਆ। ਐਵੇਂ ਕਹੀ ਜਾਂਦੇ ਮੇਰੇ ਕੋਲੇ ਦੋ ਚੱਜ ਦੇ ਵਿਚਾਰ ਆ, ਇੱਕ ਨਾਲ ਹੀ ਕਮਾਲ ਕਰਤੀ। ਦੇਖਿਆ ਫਿਰ, ਮੈਂ ਕਿਹਾ ਬਸ ਪਹਿਲਾਂ ਟਾਣਾ ਸਾਹਿਬ ਨੂੰ ਸੁਣਾ ਲੈਣ ਦੋ ਕਿਹੜਾ ਚਾਹੀਦਾ ਵਿਚਾਰ ਉਹਨਾਂ ਕੋਲ ਆ, ਤੇ ਫਿਰ ਬਾਅਦ ਚ ਮੈਂ ਆਪਣੇ ਵਾਲਾ ਪੇਸ਼ ਕਰੂੰਗੀ। ਬਸ ਅਖੀਰਲਾ ਜਿਹੜਾ ਪ੍ਰੋਗਰਾਮ ਦਾ ਆਖਰੀ ਹਿੱਸਾ ਨਾ, ਉਹ ਬੋਲੀਆਂ ਪਾ ਕੇ ਤੁਸੀਂ ਮੁਕਾਉਣੇ ਏਦਾਂ। ਹਾਕਾਂ ਘਰ ਵੱਜੀਆਂ, ਕੱਢ ਮਿੱਤਰਾ ਫੁਲਕਾਰੀ। ਕਹਿਣ ਦਾ ਭਾਵ ਇਹ ਆ ਕਿ ਬੰਦੇ ਨੂੰ ਆਪਣਾ ਕਿਰਦਾਰ ਵੀ ਸੱਚਾ ਤੇ ਸੁੱਚਾ ਰੱਖਣਾ ਚਾਹੀਦਾ, ਕਿਉਂਕਿ ਅਸੀਂ ਨਾ ਇਹਨੂੰ ਤਾਂ ਰੂਪ ਨੂੰ ਸਜਾ ਸਕਦੇ ਆ। ਅੱਜ ਕੱਲ ਤਾਂ ਇਹਦਾ ਸੁੰਦਰੀਕਰਨ ਕੇਂਦਰ ਬਣੇ ਹੋਏ ਥਾਂ ਤੇ ਮੇਕਅਪ ਹੁੰਦਾ ਅੱਜ ਕੱਲ, ਉਹ ਬਲੇ ਮਸਕਾਰੇ ਸ਼ਸਕਾਰੇ ਜੇ ਲੱਗਦੇ ਆ, ਗਲਾਲੀਆਂ ਗਲੂਲੀਆਂ ਜਿਹੜੀਆਂ ਲੱਗਦੀਆਂ ਅੱਜ ਕੱਲ। ਇੱਕ ਮਿੰਟ ਮੈਂ ਪਰਿਵਾਰ ਦੇ ਸਾਹਮਣੇ ਗੱਲ ਕਰ ਲਾਂ। ਮਸਕਾਰਾ ਕੀ ਹੁੰਦਾ? ਉਹ ਇੱਥੇ ਲੱਗਦਾ ਹੁੰਦਾ ਅੱਖਾਂ ਖਤੇ। ਅੱਖਾਂ ਦੇ ਇੱਥੇ ਥੋੜੀ ਲੱਗਦਾ ਹੁੰਦਾ। ਉਹ ਕਿੱਥੇ ਲੱਗਦਾ? ਇੱਥੇ ਲੱਗਦਾ ਹੁੰਦਾ ਪਲਕਾਂ ਤੇ, ਝੁਮਣਿਆਂ ਤੇ। ਹਾਂ, ਅੱਛਾ। ਚਲ ਗਲਾਲੀਆਂ ਗਲੂਲੀਆਂ ਲੱਗਦੀਆਂ, ਉਹ ਕੀ ਹੁੰਦਾ? ਉਹ ਜਿਹੜੇ ਇੱਥੇ ਲਾਲ ਜਾ ਕਰਨ ਵਾਲਾ। ਅੱਛਾ। ਹਾਂ, ਪਰ ਅਸਲ ਦੇ ਵਿੱਚ ਗੱਲ ਉਦੋਂ ਬਣਦੀ ਜਦੋਂ ਬੰਦੇ ਦਾ ਕਿਰਦਾਰ, ਜਦੋਂ ਬੰਦੇ ਦਾ ਅੰਦਰਾ, ਜਦੋਂ ਬੰਦੇ ਦਾ ਚਰਿੱਤਰ ਸੋਹਣਾ ਹੋਵੇ। ਬਿਲਕੁਲ ਸਹੀ। ਤੇ ਉਹ ਏਦਾਂ ਪਾਊਡਰ ਲਾ ਕੇ ਨਹੀਂ ਬਣਦਾ। ਉਹ ਜਿਵੇਂ ਵੀ ਬੰਦਾ ਉਹ ਉਵੇਂ ਹੀ ਰਵੇ ਨਾ, ਕੁਦਰਤ ਦੇ ਖੇੜੇ ਦੇ ਮੁਤਾਬਕ। ਗੱਲ ਫੇਰ ਆ, ਐਵੇਂ ਕਈ ਬੰਦੇ ਤਾਂ ਇੰਨਾ ਕਰ ਲੈਂਦੇ, ਮੈਂ ਹੈਰਾਨ ਹੋ ਜਾਂਦਾ ਵੀ ਖੁਰਪੀ ਨਾਲ ਲਾਉਣਾ ਪਵੇ ਕਦੇ ਕਦੇ। ਹਾਏ ਪੁੱਛੋ ਹੀ ਕੁਛ ਨਾ, ਅੱਜ ਕੱਲ ਤਾਂ ਇੱਕਦਮ ਹੀ ਰੂਪ ਬਦਲ ਦਿੰਦੇ ਨੇ। ਟਾਣਾ ਸਾਹਿਬ ਜਾਂਦਾ ਕੋਈ ਹੋਰ ਆ, ਆਂਦਾ ਕੋਈ ਹੋਰ ਹੀ ਆ। ਐ ਖੁਰਚਣਾ ਪੈਂਦਾ ਹੁਣ ਉੱਤੋਂ, ਐ ਪੇਪੜੀਆਂ ਲੈਣੀਆਂ। ਹੁਣ ਤਾਂ ਮੁੰਡੇ ਵੀ ਕਰਨ ਲੱਗ ਪਏ ਆ। ਪਤਾ ਨਹੀਂ, ਮੈਂ ਦੇਖਿਆ ਕੱਲ ਇੱਕ ਵੀ ਉਹਨੇ ਨਾ ਇੱਥੇ ਐ ਜੇ ਬਣਾਏ ਵੇ। ਅੱਛਾ, ਸੜਕ ਬਣਾਈ ਸੀ। ਸੜਕ ਉਹਨੇ ਨਹੀਂ, ਇੱਥੇ ਦੰਦੇ ਜੇ ਕੱਢੇ ਜਿਵੇਂ ਦਾਤੀ ਚ ਹੁੰਦੇ ਆ ਕਰਕੇ। ਓਹੋ। ਹਾਂ, ਤੇ ਇੱਥੇ ਕੋਕਾ ਜਾ ਪਾਇਆ ਉਹਨੇ, ਇੱਕ ਕੋਕਾ ਜਾ ਇੱਥੇ ਪਾਈ ਫਿਰੇ। ਮੈਨੂੰ ਲੱਗਦਾ ਵੀ ਇੱਥੋਂ ਵਾਲਾ ਰੁੜ ਕੇ ਇੱਧਰ ਆ ਗਿਆ। ਨਹੀਂ, ਉਹ ਆਪ ਆਇਆ ਹੋਊਗਾ, ਸ਼ੌਕ ਹੈ। ਸ਼ੌਕ ਦਾ ਕਿਹੜਾ ਕੋਈ ਮੁੱਲ ਹੈ? ਕੋਈ ਚੀਜ਼ ਦੇ ਬੁੱਲ ਵਿੱਚ ਵੀ ਨਿਕਲ ਗਈ। ਟਾਣਾ ਸਾਹਿਬ ਮੈਨੂੰ ਲੱਗਦਾ ਸੀ ਕਿ ਆਪਣੇ ਇਧਰੋਂ ਹੀ ਇਹੋ ਜਿਹੇ ਬਿਆਨ ਆਉਂਦੇ ਨੇ ਕਿ ਜੇ ਮਹਿੰਗਾਈ ਦੀ ਗੱਲ ਕਰੋ, ਕਦੇ ਉਹ ਕਹਿ ਦਿੰਦੇ ਨੇ ਵੀ ਤੁਰ ਕੇ ਚੱਲਣ ਲੱਗ ਜਾਓ, ਕਦੇ ਉਹ ਕਹਿੰਦੇ ਆ ਖਾਣਾ ਛੱਡ ਦਿਓ, ਕਦੇ ਉਹ ਕਹਿੰਦੇ ਆ ਵਰਤਣਾ ਛੱਡ ਦਿਓ। ਪਰ ਕੱਲਾ ਆਪਣੇ ਇੱਧਰ ਹੀ ਨਹੀਂ,
ਆਪਣੇ ਉਧਰ ਦੂਸਰੇ ਵਾਲੇ ਬੰਨੇ ਵੀ ਆਹੀ ਕੁਛ ਹੀ ਹੈ। ਮਤਲਬ ਝਾਵੇਂ ਹਰ ਥਾਂ ਤੇ ਪਾਏ ਜਾਂਦੇ ਆ, ਹਰ ਥਾਂ ਤੇ, ਇੱਧਰ ਹੀ ਨਹੀਂ ਉਧਰ ਵੀ ਆ, ਔਰ ਬਹੁਤਾਤ ਚ ਪਾਏ ਜਾਂਦੇ ਨੇ। ਬਿਲਕੁਲ ਗੱਲ ਸਹੀ ਹੈ। ਤੇ ਜਿਹੜੇ ਵੀ ਹੈਗੇ ਆ ਉਹ ਮੰਨਦੇ ਨਹੀਂ ਕਿ ਅਸੀਂ ਝਾਵੇਂ ਆ। ਇਹ ਬਿਲਕੁਲ ਸੱਚੀ ਗੱਲ ਹੈ। ਲੋੜ ਇਸ ਵਕਤ ਇਸ ਗੱਲ ਦੀ ਆ ਵੀ ਝਾਵੇਂ ਨੂੰ ਸਿਰਫ ਤੇ ਸਿਰਫ ਪੈਰ ਕੂਚਣ ਵਾਸਤੇ ਰੱਖਿਆ ਜਾਵੇ, ਤੇ ਝਾਵਾਂਗਿਰੀ ਬਿਲਕੁਲ ਨਹੀਂ ਕਰਨੀ ਚਾਹੀਦੀ ਗੀ। ਉਦਾਂ ਬੰਦੇ ਨੂੰ ਕੰਮ ਦੀ ਗੱਲ ਹਮੇਸ਼ਾ ਕਰਨੀ ਚਾਹੀਦੀ ਆ, ਸਤਿਕਾਰਤ ਗੱਲ ਕਰਨੀ ਚਾਹੀਦੀ ਆ, ਲੋਕਾਂ ਦੇ ਵਿੱਚ ਤੱਥ ਦੇ ਨਾਲ ਤਰਕ ਦੇ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਆ। ਮੈਂ ਹੈਰਾਨ ਹੁੰਨਾ, ਕਦੇ ਕਹਿ ਦੂਗਾ ਕੋਈ ਇੱਥੇ ਕਿ ਭਾਈ ਮਹਾਭਾਰਤ ਦੇ ਵੇਲੇ ਵੀ ਇੰਟਰਨੈਟ ਚੱਲਦਾ ਸੀ, ਫਿਰ ਲੋਕ ਅੱਗੋਂ ਸਵਾਲ ਕਰਦੇ ਜਦੋਂ ਲੜਾਈ ਹੋਈ ਸੀਗੀ, ਜੰਗ ਲੱਗੀ ਸੀ, ਉਦੋਂ ਨੈਟ ਬੰਦ ਕਰਤਾ ਸੀ ਕਿ ਨਹੀਂ, ਡਾਟਾ ਬੰਦ ਕੀਤਾ ਸੀ ਉਦੋਂ? ਹਾਲੇ ਤਾਂ ਰਡਾਰ ਦੀ ਖੋਜ ਵੀ ਹੋਈ ਸੀ, ਰਡਾਰ ਦੀ ਖੋਜ ਹੋਈ ਸੀ। ਕੋਈ ਕਹੇ ਜਾਂਦਾ ਜੀ ਮੰਗਲ ਗ੍ਰਹਿ, ਤਾਂ ਸਾਨੂੰ ਪਤਾ ਵੀ ਉੱਥੇ ਆਹ ਚੀਜ਼ਾਂ ਹੈਗੀਆਂ। ਇਹ ਵਿਕਰਮ ਲੈਂਡਰ ਦੇ ਪਹੁੰਚਣ ਤੋਂ ਪਹਿਲਾਂ ਹੀ ਦੱਸ ਦਿੰਦੇ ਆ ਵੀ ਅਸੀਂ ਨਾਰੀਅਲ ਬੰਨਿਆ ਨਾਲ ਉਹਦੇ, ਹੁਣ ਦੇਖੋ ਕਿਵੇਂ ਉੱਡਦਾ ਜਾਂਦਾ, ਉਹ ਤਾਂ ਜਾ ਕੇ ਐਂ ਜੇ ਖੜ ਜਾਂਦਾ। ਗੱਲ ਸਹੀ ਹੈ। ਪਰ ਹੁਣ ਨਾ ਇੱਕ ਅਲੀ ਅਮੀਨ ਗੰਡਾਪੁਰ, ਅੱਛਾ, ਪਾਕਿਸਤਾਨ ਦੇ ਵਿੱਚ ਇੱਕ ਮੰਤਰੀ ਸਾਹਿਬ ਨੇ, ਉਹਨਾਂ ਦਾ ਵੀ ਇੱਕ ਬਿਆਨ ਆਇਆ ਟਾਣਾ ਸਾਹਿਬ ਮਿਲਦਾ ਜੁਲਦਾ। ਉਹ ਕਹਿੰਦੇ ਜੇਕਰ ਤੁਹਾਨੂੰ ਮਹਿੰਗਾਈ ਜ਼ਿਆਦਾ ਲੱਗਦੀ ਹੈ ਨਾ, ਕਿਉਂਕਿ ਉਧਰ ਵੀ ਮਹਿੰਗਾਈ ਦਾ ਬਹੁਤ ਰੌਲਾ ਪਿਆ ਹੋਇਆ, ਲੋਕ ਬੜੇ ਪਰੇਸ਼ਾਨ ਨੇ, ਤੇ ਉਹ ਭਾਈ ਸਾਹਿਬ ਵੀ ਕਹਿੰਦੇ ਨੇ ਵੀ ਜਿਹਨੂੰ ਮਹਿੰਗਾਈ ਜ਼ਿਆਦਾ ਲੱਗਦੀ ਹੈ ਉਹ ਰੋਟੀ ਘੱਟ ਖਾਓ। ਫਿਰ ਕਹਿੰਦੇ ਮਹਿੰਗਾਈ ਨਹੀਂ ਲੱਗਦੀ। ਇਹ ਗੰਡਾਪੁਰ ਸਾਹਿਬ ਨੇ ਨਾ ਕਈ ਗੱਲਾਂ ਕਹੀਆਂ, ਕਹਿੰਦੇ ਵੀ ਦੇਖੋ ਮੰਨ ਲਓ ਮੈਂ ਚਾਹ ਬਣਾਉਣ ਲੱਗਾ, ਉਹ ਚਾਹ ਦੇ ਵਿੱਚ ਮੈਂ 100 ਦਾਣੇ ਖੰਡ ਦੇ ਪਾਉਣੇ ਆ, ਤੇ ਜੇ ਮੈਂ 100 ਪਾਉਣ ਦੀ ਥਾਂ ਦੇ ਉੱਤੇ 9 ਘੱਟ ਪਾ ਦਿਆਂ, 9 ਦਾਣੇ ਵਿੱਚੋਂ ਕੱਢ ਲਾਂ, ਤੇ ਮੈਂ ਉੱਥੇ ਕਹਿੰਦਾ ਜੀ 91 ਦਾਣਿਆਂ ਨਾਲ ਹੀ ਕੰਮ ਸਾਰ ਲਾਂ, ਤਾਂ ਕੀ ਮੇਰੀ ਚਾਹ ਘੱਟ ਮਿੱਠੀ ਹੋਊਗੀ? ਮੇਰੀ ਚਾਹ ਉਨੀ ਹੀ ਮਿੱਠੀ ਰਹੂਗੀ। ਤੇ ਦਾਣੇ ਗਿਣਨ ਲਈ ਗੰਡਾਪੁਰ ਸਾਹਿਬ ਨੂੰ ਘਰੇ ਸੱਦ ਲਈਏ। ਇਹ ਫਿਰ ਨਾ 5-5 ਰੁਪਏ ਤੇ 7-7 ਤੇ ਬੰਦੇ ਰੱਖ ਕੇ ਦੇਣਗੇ ਵੀ ਭਾਈ ਆ ਤੁਹਾਡੀਆਂ ਬੁਰਕੀਆਂ ਗਿਣੂ, ਆ ਤੁਹਾਡੇ ਦਾਣੇ ਗਿਣੂ, ਇਹ ਤੁਹਾਡੀ ਦਾਲ ਦੀਆਂ ਕੌਲੀਆਂ, ਦਾਲ ਦੇ ਚਮਚੇ ਗਿਣੂ। ਸੋ ਇਸ ਰੂਪ ਦੇ ਵਿੱਚ ਫਿਰ ਕਹਿੰਦਾ ਮੰਨ ਲਓ ਵੀ ਕੋਈ ਬੰਦਾ 100 ਬੁਰਕੀ ਰੋਟੀ ਖਾਂਦਾ, ਉਹਦੇ ਵਿੱਚੋਂ 9 ਬੁਰਕੀਆਂ ਘਟਾ ਦਿਓ, 91 ਖਾ ਲਓ, ਤਾਂ ਕੀ ਫਰਕ ਪੈਂਦਾ? ਦੇਸ਼ ਦੇ ਲਈ ਕੁਝ ਨਾ ਕੁਝ ਕੁਰਬਾਨੀ ਦੇਣੀ ਚਾਹੀਦੀ ਹੈ। ਮੈਂ ਕਿਹਾ ਵਾਹ ਗੰਡਾਪੁਰ ਸਾਹਿਬ, ਹੁਣ ਇਹ ਨਾ ਕਹਿ ਦਿਓ ਵੀ ਜਿੰਨਾ ਤੁਸੀਂ ਕੁੱਲ ਤੁੜਕਾ ਲਾਉਨੇ 9 ਵਿੱਚੋਂ ਗੰਢੇ ਘਟਾ ਲਓ। ਨਹੀਂ ਤੇ ਗੰਡਾਪੁਰ ਸਾਹਿਬ ਨੂੰ ਕਹੋ ਜੇ ਇੰਨੀ ਕੁ ਕੁਰਬਾਨੀ ਦੇਸ਼ ਲਈ ਦੇਣੀ ਪੈਂਦੀ ਹੈ, ਜੇ ਤੁਸੀਂ ਜ਼ੁਬਾਨ ਹੀ ਬੰਦ ਰੱਖ ਲਓ, ਇਹ ਬਹੁਤ ਵੱਡੀ ਕੁਰਬਾਨੀ ਹੋ। ਇੱਕ ਹੋਰ ਬੇਨਤੀ ਹੈ ਵੀ ਤੁਸੀਂ ਸਾਲ ਦੇ ਵਿੱਚ 9 ਮਹੀਨੇ ਆਪਣੀ ਤਨਖਾਹ ਹੀ ਘਟਾ ਦਿਓ ਗੰਡਾਪੁਰ ਸਾਹਿਬ। ਹਾਂ ਬਿਲਕੁਲ ਸਹੀ, ਤੇ 9 ਮਹੀਨੇ ਮੌਨ ਵਰਤ ਹੀ ਰੱਖ ਲਓ, ਹੋ ਸਕਦਾ ਇਹਦੇ ਨਾਲ ਵੀ ਲੋਕ ਜਿਹੜੇ ਨੇ ਉਹ ਸ਼ਾਂਤੀ ਨਾਲ ਰਹਿ ਸਕਣਗੇ। ਮੈਂ ਹੈਰਾਨ ਆ ਵੀ ਕਿਹੋ ਜੀਆਂ ਗੱਲਾਂ ਕਰਦੇ ਆ। ਪਾਕਿਸਤਾਨ ਦੇ ਵਿੱਚ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ, ਲੋਕ ਤਾਂ ਮਹਿੰਗਾਈ ਦੀ ਚੱਕੀ ਦੇ ਦੋਵੇਂ ਪੁੜਾਂ ਦੇ ਵਿੱਚ ਕਣਕ ਦੇ ਦਾਣੇ ਵਾਂਗੂ ਪਿਸੇ ਆ। ਬਿਲਕੁਲ। ਤੇ ਇਹ ਗੱਲਾਂ ਵੱਲੀਆਂ ਕਰਨਗੇ ਤੁਸੀਂ ਐਂ ਘਟਾ ਲਓ, ਹੁਣ ਤੁਸੀਂ ਐਂ ਕਰ ਲਓ, ਤੁਸੀਂ ਨਾ ਕੁਝ ਕਰਿਓ, ਸਾਰਾ ਕੁਝ ਅਸੀਂ ਕਰਨਾ। ਵੀ ਤੁਸੀਂ ਜਿਹੜਾ ਤਾਮਝਾਮ ਨਾਲ ਲਈ ਫਿਰਦੇ ਹੋ, ਢੂ ਕਰਦੀਆਂ ਗੱਡੀਆਂ, ਉਹਦੇ ਚੋਂ ਕਹੋ ਹਾਂ 9 ਗੱਡੀਆਂ ਘਟਾ ਲੈਣੇ ਆ। ਜਿਹੜੇ ਤੁਸੀਂ ਏਡੇ ਗਨਮੈਨ ਰੱਖੇ ਹੋਏ ਨੇ, ਤੁਹਾਨੂੰ ਇੰਨੀਆਂ ਸਿਕਿਉਰਿਟੀਆਂ ਮਿਲੀਆਂ ਨੇ, ਉਹ ਚੋਂ ਕਹਿ ਦੋ 9 ਬੰਦੇ ਘਟਾ ਲੈਣੇ ਆ। ਤੁਸੀਂ ਤਾਂ ਮਤਲਬ ਆਪਣੇ ਵਾਲੇ ਪਾਸੇ ਕੁਛ ਨਹੀਂ, ਏਡੇ ਮਹਿਲ ਛੱਤੇ ਹੋਏ ਨੇ, ਘਰ ਬਣਾਏ ਹੋਏ ਨੇ, ਉਹ ਚੋਂ ਕਹਿ ਦੋ 9 ਕਮਰੇ ਘਟਾ ਲੈਣੇ ਆ। ਉਹਦੇ ਬਾਰੇ ਚ ਕਿਸੇ ਦਾ ਕੋਈ ਵਿਚਾਰ ਨਹੀਂ। ਦੂਜੇ ਨੂੰ ਕਹਿਣਗੇ ਆਮ ਲੋਕਾਂ ਨੂੰ, ਜਿਹੜੇ ਵਿਚਾਰੇ ਅੱਗੇ ਹੀ ਆਮ ਆ, ਜਿਨ੍ਹਾਂ ਨੂੰ ਮਸਾ ਹੀ ਕਿਤੇ 2 ਵੇਲੇ ਦੀ ਰੋਟੀ ਮਿਲਦੀ ਆ, ਜਿਹੜੇ ਮਸਾ ਹੀ ਵਿਚਾਰੇ ਘਰ ਪਾ ਪਾਉਂਦੇ ਆ, ਜਿਹੜੇ ਕਰਜ਼ੇ ਦੇ ਹੇਠਾਂ ਦੱਬੇ ਪਏ ਨੇ, ਉਹਨਾਂ ਨੂੰ ਸਲਾਹਾਂ ਦੇਣਗੇ ਤੁਸੀਂ 9 ਦਾਣੇ ਘਟਾ ਲਓ, 9 ਬੁਰਕੀਆਂ ਘਟਾ ਲਓ। ਮਤਲਬ ਹੱਦ ਹੀ ਹੋ ਗਈ। ਕੱਲ ਨੂੰ ਕਹਿਣਗੇ ਜਿੰਨੀ ਦਾਲ ਬਣਾਉਂਦੇ ਹੋ ਉਹਦੇ ਵਿੱਚੋਂ 9 ਦਾਣੇ ਉਹਦੇ ਵੀ ਕੱਢ ਲਓ, ਤਾਂ ਵੀ ਦਾਲ ਜਿਹੜੀ ਆ ਉਨੀ ਬਣੂ। ਬੰਦਾ ਆਪਦੀ ਦਿਹਾੜੀ ਦੱਪਾ ਕਰਨਾ ਬੰਦ ਕਰ ਦੇਵੇ ਜੀ, ਨੌਕਰੀ ਨੂੰ ਕਹਿ ਦੇਵੇ ਅਲਵਿਦਾ, ਉਹ ਕਹੇ ਜੀ ਅੱਜ ਤੋਂ ਮੈਂ ਦਾਣੇ ਗਿਣਨੇ ਸ਼ੁਰੂ ਕਰ ਦੇਣੇ ਆ, ਮੈਂ ਜੀ ਅੱਜ ਤੋਂ ਬਾਅਦ ਬੁਰਕੀਆਂ ਗਿਣ ਕੇ ਖਾਇਆ ਕਰਨੀਆਂ। ਫਿਰ ਇਸ ਹਿਸਾਬ ਨਾਲ ਮੰਤਰੀ ਸਾਹਿਬ ਨੇ ਜਿਵੇਂ ਗੱਲ ਕਹੀ ਹੈ ਨਾ, ਅਸੀਂ ਇਹਦੇ ਉੱਤੇ ਅਮਲ ਕਰਨਾ। ਭਾਰਤ ਦੇ ਵਿੱਚ ਜਿਹੜਾ ਉੱਠਦਾ ਕਹਿ ਦਿੰਦਾ ਮੈਂ ਤਾਂ ਕਦੇ ਲਸਣ ਖਾਧੀ ਨਹੀਂ, ਤੁਸੀਂ ਵੀ ਨਾ ਖਾਓ। ਬਿਲਕੁਲ। ਟਮਾਟਰ ਜੇ 100 ਰੁਪਏ ਕਿਲੋ ਤੁੜਕਾ ਨਾ ਲਾਓ, ਕੋਈ ਉੱਠ ਕੇ ਕਹਿ ਦਿੰਦਾ ਜੀ ਤੁਸੀਂ ਤੇਲ ਨਾ ਬਾਲੋ, ਤੁਰ ਕੇ ਜਾਇਆ ਕਰੋ। ਕੋਈ ਕਹਿੰਦਾ ਰੇੜੇ ਤੇ ਜਾਇਆ ਕਰੋ, ਕੋਈ ਕਹਿੰਦਾ ਊਠਾਂ ਤੇ ਜਾਇਆ ਕਰੋ। ਮੈਨੂੰ ਲੱਗਦਾ ਹੈ ਭਾਈ ਸਾਹਿਬ ਕਹਿਣਗੇ ਕਿ ਤੁਸੀਂ ਨਾ ਜਿੰਨਾ ਤੁਰਦੇ ਹੋ ਹਰ ਰੋਜ਼ ਉਹ ਚੋਂ 9 ਕਦਮ ਘੱਟ ਤੁਰੋ, ਚੱਪਲ ਵੀ ਜ਼ਿਆਦਾ ਚੱਲੂ। ਹਾਂ ਬਿਲਕੁਲ ਸਹੀ ਗੱਲ ਆ। ਉਹ ਕਹਿੰਦੇ ਵੀ ਇੱਕ ਵਾਰੀ ਨਾ ਇੱਕ ਬਹੁਤ ਕੰਜੂਸ ਬੰਦਾ ਸੀਗਾ ਜੀ, ਤੇ ਉਹਨੇ ਨਾ ਆਪਦੇ ਮੁੰਡੇ ਨੂੰ ਇੱਕ ਫੈਂਟੀ ਲਾਈ ਜੀ, ਤੇ ਉਹਨੇ ਨਾ ਆਪਦੇ 7 ਸਾਲ ਦੇ ਮੁੰਡੇ ਨੂੰ ਬੜਾ ਫੈਂਟਿਆ, ਤੇ ਗਵਾਂਢੀ ਆ ਗਿਆ ਕਹਿੰਦਾ ਮੁੰਡਾ ਕੁੱਟੀ ਜਾਂਦਾ, ਸ਼ਰਮ ਕਰ, ਇਹ ਬੱਚੇ ਦਾ ਕਸੂਰ ਕੀ ਆ? ਤੇ ਸੀਗਾ ਉਹ ਬੰਦਾ ਬਹੁਤ ਕੰਜੂਸ ਜਿਹਨੇ ਉਹਦਾ ਨਿਆਣਾ ਕੁੱਟਿਆ, ਕਹਿੰਦਾ ਮੈਂ ਇਹਨੂੰ ਕਿਹਾ ਸੀ ਵੀ ਪੌੜੀਆਂ ਨਾ 2 ਪੌੜੇ ਛੱਡ ਕੇ ਫੇਰ ਚੜਿਆ ਕਰ, ਇਹਦੇ ਨਾਲ ਤੇਰੀ ਚੱਪਲ ਘੱਟ ਘਸੂਗੀ। ਇਹ 3 ਪੌੜੇ ਛੱਡ ਕੇ ਚੜ ਗਿਆ, ਹੁਣ ਪਜਾਮਾ ਪਾੜ ਲਿਆ। ਨਵਾਂ ਖਰਚਾ ਖੜਾ ਹੋ ਗਿਆ, ਨਵਾਂ ਖਰਚਾ ਖੜਾ ਕਰਤਾ। ਹਰਮਨ ਜੀ, ਗਰੀਬ ਬੰਦੇ ਨੂੰ ਨਾ ਲਤਾੜਨ ਦੇ ਲਈ ਕਸਰ ਕੋਈ ਨਹੀਂ ਛੱਡਦੇ ਜੀ। ਜਿਹੜਾ ਆਉਂਦਾ ਗਰੀਬ ਬੰਦੇ ਨੂੰ ਢਾਉਣ ਦੀ ਗੱਲ ਕਰਦਾ। ਕਦੇ ਕਿਸੇ ਨੇ ਗੱਲ ਕਹੀ ਵੀ ਅਸੀਂ ਅਮੀਰਾਂ ਦੇ ਉੱਤੇ ਆਹ ਟੈਕਸ ਲਾਉਨੇ ਆ, ਅਮੀਰਾਂ ਦੇ ਟੈਕਸ ਮਾਫ ਹੁੰਦੇ ਆ, ਪਤਾ ਉਦੋਂ ਲੱਗਦਾ ਆ 5000 ਕਰੋੜ ਰੁਪਈਆ ਫਲਾਣੇ ਗਰੁੱਪ ਦਾ ਮਾਫ ਕਰਤਾ, 1200 ਕਰੋੜ ਰੁਪਈਆ ਫਲਾਣੇ ਗਰੁੱਪ ਦਾ ਮਾਫ ਕਰਤਾ। ਤੇ ਗਰੀਬ ਨੇ ਜੇਕਰ 50000 ਰੁਪਏ ਦੇਣਾ ਹੋਵੇ ਨਾ ਬੈਂਕ ਦਾ, ਉਹਦੇ ਘਰ ਦੇ ਵਿੱਚ ਜਾ ਕੇ ਉਹਦੀ ਫਰਸ਼ ਨੀਵੀਂ ਕਰ ਦਿੰਦੇ ਆ। ਉਹਦੇ ਕੋਲੇ 3600 ਥਾਂ ਦੇ ਉੱਤੇ ਦਸਤਖਤ ਕਰਵਾਉਂਦੇ ਆ, ਆਹ ਚੀਜ਼ ਤੇਰੀ ਆ, ਆਹ ਚੀਜ਼ ਦੀ ਵੈਲਿਊ ਕਿੰਨੀ ਆ, ਇਹ ਚੀਜ਼ ਦਾ ਮੁੱਲ ਬਾਜ਼ਾਰੀ ਕੀਮਤ ਦੇ ਮੁਤਾਬਕ ਕਿੰਨਾ।
ਸੋ ਐਦਾਂ ਦੇ ਉਹਨਾਂ ਦੇ ਕੋਲੋਂ ਦਸਤਖਤ ਕਰਵਾਏ ਜਾਂਦੇ ਵੀ ਬੰਦਾ ਕਦੇ ਉਸ ਜਕੜ ਪੰਜੇ ਦੇ ਵਿੱਚੋਂ ਨਿਕਲ ਹੀ ਨਾ ਸਕੇ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ, ਆਮ ਬੰਦਾ ਤਾਂ ਆਮ ਮੈਂਗੋ ਹੀ ਬਣਾ ਦਿੱਤਾ, ਉਹਨੂੰ ਮੈਂਗੋ ਦੀ ਤਰ੍ਹਾਂ ਉਹ ਪਿਚਕ ਕੇ ਰੱਖ ਦਿੰਦੇ ਨੇ, ਉਹਦੇ ਲਈ ਕੁਝ ਵੀ ਕੋਈ ਕਰਨ ਨੂੰ ਤਿਆਰ ਨਹੀਂ। ਆ ਮਾਲਿਆ ਵਰਗੇ, ਨੀਰਵ ਮੋਦੀ ਵਰਗੇ ਹੋਰ ਜਿਹੜੇ ਠੱਗ ਨੇ ਉਹ ਕਦੋਂ ਦੇਸ਼ ਛੱਡ ਕੇ ਭੱਜ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ। ਤੇ ਕਹਿੰਦੇ ਵੀ ਅਸੀਂ ਵਿਜੇ ਮਾਲਿਆ ਨੂੰ ਇੰਨਾ ਕੁ ਉੱਥੇ ਤੰਗ ਕਰਤਾ, ਇੰਨਾ ਕੁ ਦਾ ਦਾਇਰਾ ਅਸੀਂ ਸਖਤ ਕਰਤਾ, ਉਹਨੂੰ ਟਾਈਟ ਕਰਤਾ, ਉਹ ਬਹੁਤ ਜਲਦ ਭਾਰਤ ਆਊਗਾ। ਅਸੀਂ ਤਾਂ ਜਦੋਂ ਵੇਨੇ ਬੀਚ ਦੇ ਉੱਤੇ ਐਂ ਜੇ ਬੈਠਾ ਹੁੰਦਾ, 8 ਜਣੀਆਂ ਇਧਰਲੇ ਪਾਸੇ ਹੁੰਦੀਆਂ, 8 ਇਧਰਲੇ ਪਾਸੇ, ਉਹਨੂੰ ਕੀ ਫਰਕ ਪੈਂਦਾ? ਜੀ ਬਿਲਕੁਲ ਸਹੀ ਗੱਲ ਹੈ, ਪਰ ਮਹਿੰਗਾਈ ਨੇ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ। ਇਧਰ ਪੈਟਰੋਲ ਦੀਆਂ ਕੀਮਤਾਂ 110 ਰੁਪਏ ਲੀਟਰ। ਲੱਖ ਦੀ ਲਾਹਨਤ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ, ਜਿਹੜੇ ਹੁਣੇ ਗੱਲ ਕਹਿੰਦੇ ਆ ਨਾ ਕਿ ਜੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ ਬਾਹਲੀਆਂ ਵਧ ਗਈਆਂ, ਤੇ ਇਹ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਵੀ ਵੱਧ ਗਈਆਂ ਸੀ। ਉਦੋਂ ਕਹਿੰਦੇ ਹੁੰਦੇ ਸੀ ਕਿ ਦੇਸ਼ ਕੇ ਲੋਕ ਤੋਂ ਮਹਿੰਗਾਈ में ਪਿਚਕ ਗਏ, ਮਹਿੰਗਾਈ में ਮਰ ਗਏ, ਤੇ ਉਦੋਂ ਮਨਮੋਹਨ ਸਿੰਘ ਨੇ ਘਰੇ ਨਲਕਾ ਲਾਇਆ ਸੀ ਪੈਟਰੋਲ ਵਾਲਾ। ਜੀ ਬਿਲਕੁਲ, ਉਦੋਂ ਜਿਹੜੀ ਗੱਲ ਤੁਸੀਂ ਕਰਦੇ ਸੀ ਹੁਣ ਉਹ ਗੱਲ ਕਿਉਂ ਨਹੀਂ ਕਰਦੇ? ਹੁਣ ਮਰ ਗਏ ਉਹ ਸਾਰੇ। ਟਾਣਾ ਸਾਹਿਬ ਥੋੜੇ ਦਿਨਾਂ ਪਹਿਲਾਂ ਫਰਾਂਸ ਤੋਂ ਇੱਕ ਭਾਈ ਸਾਹਿਬ ਆਏ ਸੀ, ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਤੇ ਜਦੋਂ ਉਹਨਾਂ ਦੇ ਨਾਲ ਪੈਟਰੋਲ ਦੀਆਂ ਕੀਮਤਾਂ ਦੇ ਬਾਰੇ ਚਰਚਾ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਫਰਾਂਸ ਦੇ ਵਿੱਚ ਸਰਕਾਰ ਨੇ 20 ਪੈਸੇ ਤੇਲ ਦੀ ਕੀਮਤ ਦੇ ਵਿੱਚ ਵਾਧਾ ਕਰਤਾ ਸੀ ਉਧਰਲੇ ਵੀ ਜੀ। ਤੇ ਉਹ ਕਹਿੰਦੇ ਕਿ ਜਦੋਂ 20 ਪੈਸੇ ਵਧੇ, ਕਿਉਂਕਿ ਉੱਥੋਂ ਕਹਿੰਦੇ ਬਹੁਤ ਸਾਰਾ ਜਿਹੜਾ ਐਕਸਪੋਰਟ ਇੰਪੋਰਟ ਹੁੰਦਾ ਸਮਾਨ, ਤੇ ਜਿਹੜੇ ਟਰੱਕਾਂ ਟਰਾਲਿਆਂ ਵਾਲੇ ਵੀਰ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਜਿੱਥੇ ਹੈਗੇ ਉੱਥੇ ਹੀ ਟਰੱਕ ਟਰਾਲੇ ਆਪਣੇ ਖੜੇ ਕਰਕੇ ਚਲੇ ਜਾਣਾ ਹੈ, ਵੀ ਤੁਸੀਂ ਇਹ ਕੀਮਤਾਂ ਕਿਉਂ ਵਧਾਈਆਂ ਨੇ? ਤੇ ਸਰਕਾਰ ਨੇ ਨਾਲ ਦੀ ਨਾਲ ਹੀ ਕੀਮਤਾਂ ਵਾਪਸ ਲੈ ਲਈਆਂ ਸੀ। ਹੁਣ ਉੱਥੇ ਤਾਂ ਜਾਗਦੀ ਜ਼ਮੀਰ ਵਾਲੇ ਲੋਕ ਨੇ। ਨਹੀਂ, ਅਸਲ ਦੇ ਵਿੱਚ ਸਰਕਾਰ ਨੇ ਉੱਥੇ ਇਹ ਗੱਲ ਕਹਿਤੀ ਵੀ ਜਿਹੜਾ ਤੁਹਾਡਾ ਘਰਾਂ ਦਾ ਟੈਕਸ ਹੈ ਨਾ ਉਹ ਓਨਾ ਹੀ ਹੌਲਾ ਕਰ ਦਿੰਨੇ ਆ। ਜੇਕਰ ਸਾਨੂੰ ਇਧਰ ਥੋੜਾ ਜਿਹਾ ਕੀਮਤ ਨੂੰ ਵਧਾਉਣਾ ਪਿਆ, ਤੇਲ ਦੀਆਂ ਕੀਮਤਾਂ 'ਚ ਵਾਧਾ ਕਰਨਾ ਪਿਆ, ਤਾਂ ਤੁਹਾਨੂੰ ਥੋੜਾ ਜਿਹਾ ਰੈਲਾ ਕਰਨ ਦੇ ਲਈ, ਤੁਹਾਨੂੰ ਥੋੜਾ ਜਿਹਾ ਸੌਖਾ ਲੱਗੇ, ਇਸ ਕਰਕੇ ਘਰਾਂ ਦੇ ਟੈਕਸ ਆ ਜਿਹੜੇ ਉਹ ਸਾਲਾਨਾ ਟੈਕਸ ਉਹ ਅਸੀਂ ਘਟਾ ਦਿੰਨੇ ਆ। ਇਹ ਹੁੰਦੀ ਹੈ ਸਰਕਾਰ ਦੀ ਕਲਾ, ਇਹ ਹੁੰਦੀ ਸਰਕਾਰ ਦੀ ਇੱਕ ਸਿਆਣਪ, ਤੇ ਲੋਕਾਂ ਦੇ ਹਿੱਤਾਂ ਨੂੰ ਪ੍ਰਮੁੱਖ ਰੱਖ ਕੇ, ਮੁੱਖ ਰੱਖ ਕੇ ਕੀਤੇ ਗਏ ਫੈਸਲੇ। ਸਾਡੇ ਵਾਲੇ ਪਾਸੇ ਕੀ ਹੁੰਦਾ? ਲਗਾਤਾਰ ਕੀਮਤ ਵਧਾਈ ਜਾਣਗੇ, ਵਧਾਈ ਜਾਣਗੇ, ਵਧਾਈ ਜਾਣਗੇ, ਤੇ ਜੇ ਕਿਤੇ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਡਿੱਗ ਪਈਆਂ ਤੇ ਫਿਰ ਆਪਦਾ ਟੈਕਸ ਵਧਾ ਦੇਣਗੇ ਵੀ ਅਸੀਂ ਐਕਸਾਈਜ਼ ਡਿਊਟੀ ਵਧਾ ਦਿੰਨੇ ਆ। ਗੱਲ ਤਾਂ ਇੱਥੇ ਵੀ ਮੁੱਕਦੀ ਹੈ ਨਾ ਟਾਣਾ ਸਾਹਿਬ ਕਿ ਉਹ ਲੋਕ ਜਾਗਦੀਆਂ ਜ਼ਮੀਰਾਂ ਵਾਲੇ ਨੇ, ਉਹਨਾਂ ਨੇ ਜਦੋਂ ਵੇਖਿਆ ਕਿ ਗਲਤੀ ਹੋ ਰਹੀ ਆ ਜਾਂ ਸਰਕਾਰ ਦਾ ਫੈਸਲਾ ਗਲਤ ਆ, ਉੱਥੇ ਹੀ ਉਹਨਾਂ ਨੇ ਉਹਨੂੰ ਅਪੋਜ਼ ਕੀਤਾ, ਉਹਦੇ ਖਿਲਾਫ ਉਹ ਖੜੇ ਹੋਏ। ਸਾਡੇ ਵਾਲੇ ਚੁੱਪ ਕਰਕੇ ਬੈਠੇ ਨੇ। ਦੇ ਨਾ ਇੱਕ ਕੇਂਦਰੀ ਪੈਟਰੋਲੀਅਮ ਰਾਜ ਮੰਤਰੀ ਆ ਤੇਲੀ ਹੋਰੀ ਜੀ, ਰਾਮੇਸ਼ਵਰ ਤੇਲੀ ਹੋਰਾਂ ਨੇ ਨਵੀਂ ਗੱਲ ਕੱਢ ਮਾਰੀ। ਇਹਨਾਂ ਨੇ ਉਧਰ ਗੰਡਾਪੁਰ ਵਾਂਗੂ ਆਪਦੇ ਕੱਚ ਤੋਂ ਮੂੰਗਲੀ ਨਵੀਂ ਕੱਢਤੀ। ਕਹਿੰਦੇ ਅਸਲ ਦੇ ਵਿੱਚ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਕਿਉਂ ਵੱਧਦੀਆਂ? ਕਹਿੰਦਾ ਮੁਫਤ ਦੇ ਵਿੱਚ ਕਰੋਨਾ ਵੈਕਸੀਨ ਨਹੀਂ ਲੱਗਦੀ। ਤੇ ਮੈਂ ਕਿਹਾ ਇਹ ਤਾਂ ਗੱਲ ਅਸੀਂ 2 ਮਹੀਨੇ ਪਹਿਲਾਂ ਵੀ ਕਹੀ ਸੀ, 4 ਮਹੀਨੇ ਪਹਿਲਾਂ ਵੀ ਕਹੀ ਸੀ, ਵੀ ਜਿਹੜੀ ਪੈਟਰੋਲ ਪੰਪਾਂ ਦੇ ਉੱਤੇ ਜਦੋਂ ਤੇਲ ਭਰਾਉਨੇ ਆਪਾਂ ਟੈਂਕੀ 'ਚ ਪਾਉਨੇ ਉਦੋਂ ਚੀਕ ਨਿਕਲਦੀ ਆ, ਤੇ ਸਾਹਮਣੇ ਪ੍ਰਧਾਨ ਮੰਤਰੀ ਸਾਹਿਬ ਦਾ ਐਂ ਜੇ ਪੋਸਟਰ ਲੱਗਾ ਹੁੰਦਾ, ਦਵਾਈ ਵੀ ਔਰ ਕੜਾਈ ਵੀ, ਤੇ ਕੜਾਈ 'ਚ ਤਲਤੇ ਬੰਦੇ ਸਾਰੇ। ਤੁਸੀਂ ਇਹ ਵੇਖੋ ਹਰ ਟੀਕਾ ਜਿਹੜਾ ਆ ਉਹ 1200 ਦਾ ਤੇ 2400 ਦੇ। ਉਹਨੇ ਕਿਹਾ, ਉਹ ਕਹਿੰਦਾ ਜੀ ਕੱਲਾ ਕੱਲਾ ਟੀਕਾ 1200 ਰੁਪਏ ਦਾ, ਪੂਰੇ ਦੇਸ਼ ਦੀ 130 ਕਰੋੜ ਆਬਾਦੀ ਨੂੰ ਟੀਕਾ ਲੱਗਣਾ, ਇੱਕ ਬੰਦੇ ਦੇ 2 ਲੱਗਣੇ ਆ। ਕਹਿੰਦਾ 2400 ਰੁਪਇਆ ਇੱਕ ਬੰਦੇ ਦੇ ਉੱਤੇ ਸਰਕਾਰ ਨਿਵੇਸ਼ ਕਰਦੀ ਆ, ਤੇ ਸਰਕਾਰ ਨੇ ਕੋਲੋਂ ਥੋੜੀ ਲਾਉਣੇ ਆ, ਤੁਹਾਡੇ ਤੇਲ ਦੇ ਵਿੱਚੋਂ ਕੱਢਣੇ ਆ। ਨਹੀਂ ਇੱਕ ਮਿੰਟ, ਇਹਨਾਂ ਨੂੰ ਜ਼ਰਾ ਮੈਂ ਪੁੱਛਣਾ ਚਾਹੁੰਦੀ ਆ ਵੀ ਕੀ ਗੱਲ ਸੀਰਮ ਇੰਸਟੀਚਿਊਟ ਦੇ ਜਿਹੜੇ CEO ਸੀ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਅਸੀਂ ਇੰਨੀ ਘੱਟ ਕੀਮਤ ਦੇ ਵਿੱਚ ਸਰਕਾਰ ਨੂੰ ਟੀਕੇ ਦੇ ਰਹੇ ਹਾਂ ਤੇ ਸਰਕਾਰ ਗਾਂ ਮਹਿੰਗੇ ਦੇ ਰਹੀ ਆ, ਉਹ ਬਿਆਨ ਨੂੰ ਇਹ ਭੁੱਲ ਗਏ ਨੇ। ਉਸ ਤੋਂ ਬਾਅਦ ਦੂਸਰੀ ਚੀਜ਼ ਇਹ ਕਿ ਲੋਕ ਤਾਂ ਟੈਕਸ ਵੀ ਦੇ ਰਹੇ ਨੇ, ਉਹ ਪੈਸਾ ਕਿੱਥੇ ਜਾਂਦਾ? ਨਾ ਤੁਸੀਂ ਸਹੂਲਤਾਂ ਦੇ ਰਹੇ ਹੋ, ਨਾ ਤੁਸੀਂ ਸੜਕਾਂ ਵਧੀਆ ਬਣਾ ਕੇ ਦੇ ਰਹੇ ਹੋ, ਨਾ ਤੁਸੀਂ ਕਿਸੇ ਨੂੰ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਛੋਟ ਦੇ ਰਹੇ ਹੋ। ਉਹ ਪੈਸਾ ਫਿਰ ਕਿੱਥੇ ਜਾ ਰਿਹਾ ਜਿਹੜਾ ਤੁਸੀਂ ਟੀਕਿਆਂ ਦੇ ਪੈਸੇ ਪੈਟਰੋਲ 'ਚੋਂ ਹੀ ਕੱਢਣ ਲੱਗੇ ਹੋਏ ਹੋ? ਮਤਲਬ ਇਹ ਆ ਭਾਈ, ਜਿਵੇਂ ਸਿਆਣੇ ਕਹਿੰਦੇ ਆ ਵੀ ਭਾਈ ਜੋ ਮਰਜ਼ੀ ਕਰ ਲਓ, ਤੁਸੀਂ ਕਹਿੰਦੇ ਸਾਨੂੰ ਆਹ ਚੀਜ਼ ਮੁਫਤ ਮਿਲਦੀ ਆ। ਇਸ ਤੋਂ ਇੱਕ ਬਹੁਤ ਵੱਡੀ ਉਦਾਹਰਨ ਮਿਲਦੀ ਹੈ ਸਮਝਣ ਵਾਸਤੇ ਵੀ ਕੋਈ ਚੀਜ਼ ਸਰਕਾਰਾਂ ਮੁਫਤ ਨਹੀਂ ਦਿੰਦੀਆਂ। ਤੁਹਾਡੇ ਛਿੱਤਰ ਤੁਹਾਡੇ ਹੀ ਸਿਰ ਦੇ ਵਿੱਚ ਪੈਂਦੇ ਆ, ਤੇ ਇਹ ਜਿਹੜੇ ਛਿੱਤਰ ਪੈਂਦੇ ਆ ਉਹਦਾ ਵੀ ਮੁੱਲ ਵਸੂਲ ਕਰਦੇ ਆ ਵੀ ਭਾਈ ਛਿੱਤਰ ਖਰੀਦੇ ਸੀ ਤੁਹਾਡੇ ਲਈ, ਇਹਦਾ ਭੁਗਤਾਨ ਵੀ ਕਰੋ ਤੁਸੀਂ। ਸੋ ਲੋਕਾਂ ਨੂੰ ਸਮਝਣਾ ਚਾਹੀਦਾ, ਗਰੀਬ ਬੰਦੇ ਦਾ ਦਿਵਾਲਾ ਹੀ ਕੱਢਤਾ। ਗਰੀਬ ਬੰਦਾ ਕਰੇ ਤਾਂ ਕੀ ਕਰੇ? ਮੈਂ ਸੋਚਦਾ ਵੀ ਜਿਹੜਾ ਬੰਦਾ ਦਿਨ ਦਾ 500 ਰੁਪਇਆ ਕਮਾਉਂਦਾ, ਜਿਹੜਾ ਪੈਡ ਦੇ ਉੱਤੇ ਖੜ ਕੇ ਸਾਰਾ ਦਿਨ ਮਿਹਨਤ ਮੁਸ਼ੱਕਤ ਕਰਦਾ, ਉਹ ਬੰਦਾ 500 ਰੁਪਏ ਦੇ ਵਿੱਚ ਕਿਵੇਂ ਨਿਆਣੇ ਪੜਾਊ, ਕਿਵੇਂ ਦੁੱਧ ਲਊ, ਕਿਵੇਂ ਸਿਲੰਡਰ ਲਊ, ਕਿਵੇਂ ਉਹ ਮੋਟਰਸਾਈਕਲ ਦੇ ਵਿੱਚ ਪੈਟਰੋਲ ਪਵਾਊ, ਕਿਵੇਂ ਦਵਾਈ ਬੂਟੀ ਲਊ? ਉਹ ਤਾਂ ਵਿਚਾਰਾ ਵੈਸੇ ਹੀ ਮਾਰਿਆ ਗਿਆ। ਉਹ ਤਾਂ ਲਾਸ਼ਾਂ ਬਣਾ ਕੇ ਰੱਖਦੇ ਆ। ਜੀ ਬਿਲਕੁਲ ਸਹੀ। ਹਰਮਨ ਜੀ, ਗਰੀਬ ਬੰਦੇ ਦੀ ਆਪਾਂ ਗੱਲ ਕਰਦੇ ਸੀ, ਮੈਨੂੰ ਨਾ ਇੱਕ ਹੋਰ ਗੱਲ ਚੇਤੇ ਆ ਗਈ। ਕਹਿੰਦੇ ਵੀ ਨਾ 3-4 ਬੰਦੇ ਬਹੁਤ ਵੱਡੀਆਂ ਗੱਲਾਂ ਕਰੀ ਜਾਣ, ਉਹਦੇ ਵਿੱਚ ਇੱਕ ਬੰਦਾ ਮਾਤੜ ਵੀ ਬੈਠਾ ਸੀਗਾ ਆਪਣੇ ਵਰਗਾ। ਇੱਕ ਬੰਦਾ ਕਹਿੰਦਾ ਵੀ ਸਾਡੇ ਬਹੁਤ ਅਮੀਰੀ ਆ, ਸਾਨੂੰ ਪੈਸੇ ਟਕੇ ਦੀ ਕਦੇ ਕੋਈ ਕਮੀ ਨਹੀਂ ਆਈ,
ਅਸੀਂ ਆਪਦਾ ਬਾਥਰੂਮ ਆ ਨਾ, ਜਿਹੜਾ ਘਰ ਦੇ ਵਿੱਚ ਬਾਥਰੂਮ ਘੱਟੋ ਘੱਟ 25 ਲੱਖ ਰੁਪਏ ਦਾ ਬਣਾਇਆ। ਦੂਜਾ ਕਹਿੰਦਾ ਬਸ 25 ਲੱਖ ਰੁਪਈਆ, ਅਸੀਂ ਫਲਾਣੀ ਥਾਂ ਤੋਂ ਮਾਰਬਲ ਲੈ ਕੇ ਆਏ, ਫਲਾਣੀ ਥਾਂ ਦੀਆਂ ਟੂਟੀਆਂ ਆਈਆਂ, ਫਲਾਣੀ ਥਾਂ ਦਾ ਫੁਹਾਰਾ ਸਾਡੇ ਲੱਗਾ, ਫਲਾਣੀ ਥਾਂ ਦੀ ਉਹ ਸੀਟ ਲੱਗੀ ਸਾਡੇ। ਕਹਿੰਦਾ ਵੀ ਅਸੀਂ ਘੱਟੋ ਘੱਟ 50 ਲੱਖ ਰੁਪਈਆ ਖਰਚਿਆ ਇਹਦੇ ਤੇ। ਤੀਜਾ ਹੋਰ ਸ਼ੇਖੀ ਮਾਰਨ ਵਾਲਾ ਕਹਿੰਦਾ ਵੀ ਦੇਖ ਕੁਛ ਵੀ ਨਹੀਂ, 50 ਲੱਖ ਪੂਅਰ ਪੀਪਲ। ਓ ਮਾਈ ਗॉड। ਹਾਂ, ਕਹਿੰਦਾ ਜਿਹੜਾ ਸਾਡਾ ਬਾਥਰੂਮ ਹੈ ਨਾ, ਇਹ ਘੱਟੋ ਘੱਟ 80-90 ਲੱਖ ਰੁਪਏ ਦੇ ਵਿੱਚ ਬਣਿਆ। ਸਾਰੀਆਂ ਸਹੂਲਤਾਂ ਦੇ ਵਿੱਚ ਟੈਲੀਫੋਨ ਵੀ ਲਵਾ ਲਿਆ ਸੀ, ਉਹਦੇ ਚ LED ਵੀ ਲੱਗੀ ਆ ਵੀ ਬੰਦਾ ਬੈਠਾ ਜੇ ਜੀ ਜਾ ਲੱਗ ਗਿਆ ਤਾਂ ਬੈਠਾ ਰਹੂਗਾ। ਫਿਰ ਹਰ ਤਰ੍ਹਾਂ ਦੀ ਵਿੱਚ AC ਲਵਾ ਲਿਆ, ਹਰ ਚੀਜ਼ ਲੱਗੀ ਆ। ਮਾਤੜ ਬੰਦੇ ਦੀ ਵਾਰੀ ਆ ਗਈ, ਕਹਿੰਦਾ ਲੈ ਤੁਸੀਂ ਬਸ 50 ਲੱਖ 70 ਲੱਖ ਕਰੋੜ ਰੁਪਈਆ। ਕਹਿੰਦਾ ਸਾਡੀ ਵੇਖ ਗੱਲਬਾਤ, ਕਹਿੰਦਾ ਜਿਹੜੇ ਥਾਂ ਦੇ ਉੱਤੇ ਮੈਂ ਜਾਣਾ, ਮੈਂ ਡੱਬਾ ਚੱਕਦਾ, ਜਿਹੜੇ ਖੇਤ ਚ ਜਾਣਾ, ਘੱਟੋ ਘੱਟ 15 ਕਰੋੜ ਰੁਪਈਆ ਕੀਮਤ ਉਹਦੀ। ਮੈਂ ਕਿਹਾ ਕਰ ਲਓ ਗਰੀਬ ਨਾਲ ਮੁਕਾਬਲਾ। ਗੱਲ ਹੈ ਹਾਂ, ਕਈਆਂ ਨੂੰ ਗੱਲ ਵੈਸੇ ਹੀ ਬਹੁਤ ਔੜਦੀ ਹੁੰਦੀ ਹੈ, ਪਰ ਫਿਲਹਾਲ ਤਾਂ ਭਾਜਪਾ ਨੂੰ ਗੱਲਾਂ ਬਹੁਤ ਆ ਰਹੀਆਂ ਨੇ। ਉਹਨਾਂ ਨੂੰ ਗੱਲਾਂ ਹੀ ਆਉਂਦੀਆਂ, ਕੰਮ ਤਾਂ ਆਉਂਦੇ ਨਹੀਂਗੇ। ਜਾਂ ਉਹਨਾਂ ਨੂੰ ਨਗੋਚਾਂ ਆਉਂਦੀਆਂ, ਜਾਂ ਉਹਨਾਂ ਨੂੰ ਇਹ ਕਹਿਣਾ ਆਉਂਦਾ ਵੀ ਭਾਈ ਆ ਬੰਦੇ ਸਹੀ ਨਹੀਂ, ਜਿਹੜਾ ਸਾਡੇ ਮੁਤਾਬਕ ਚੱਲੂ ਸਹੀ ਸਿਰਫ ਉਹੀ ਹੈ। ਹਾਂ, ਦੇਸ਼ ਭਗਤ ਉਹੀ ਹੈ, ਬਾਕੀ ਸਾਰੇ ਤਾਂ ਦੇਸ਼ ਧਰੋਹੀ ਤੁਰੇ ਫਿਰਦੇ ਨੇ, ਸਲਾਹਾਂ ਦੇਣ ਚ ਬਹੁਤ ਮੋਹਰੇ ਰਹਿੰਦੇ ਨੇ ਟਾਣਾ ਸਾਹਿਬ। ਤੇ ਹੁਣ ਕਿਉਂਕਿ ਰੌਲਾ ਪਿਆ ਹੋਇਆ, ਕਿਉਂਕਿ ਆਪਾਂ ਜਾਣਦੇ ਹਾਂ ਵੀ ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੋਇਆ ਹੈ ਕਿ ਦੁਸਹਿਰੇ ਦਾ ਤਿਉਹਾਰ ਹੈ ਤੇ ਉਸ ਮੌਕੇ ਦੇ ਉੱਪਰ ਕੁੰਭਕਰਨ, ਮੇਘਨਾਥ ਤੇ ਰਾਵਣ ਦੀ ਜਗ੍ਹਾ ਦੇ ਉੱਪਰ ਮੋਦੀ ਤੇ ਅਮਿਤ ਸ਼ਾਹ ਤੇ ਯੋਗੀ ਆਦਿੱਤਿਆਨਾਥ ਹੋਰਾਂ ਦੇ ਪੁਤਲੇ ਜਿਹੜੇ ਉਹ ਫੂਕੇ ਜਾਣਗੇ, ਜਿਸ ਤੋਂ ਬਾਅਦ ਵਿੱਚ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਹਰਮਨ ਜੀ ਵਰੁਣ ਗਾਂਧੀ ਜਿਹੜੇ BJP ਦੇ ਸੰਸਦ ਮੈਂਬਰ ਆ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਖੀਮਪੁਰ ਖੀਰੀ ਕਾਂਡ ਤੋਂ ਬਾਅਦ। ਅੱਜ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਸੀਗੇ, ਆ ਬਦਮਾਸ਼ਾਂ ਦੀ ਗੱਡੀਆਂ ਦੇ ਥੱਲੇ ਆ ਕੇ ਦਰੜ ਦਿੱਤੇ ਗਏ ਸੀ ਜਿਹੜੇ, ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ ਆ, ਉਹਨਾਂ ਦੀ ਅੰਤਮ ਅਰਦਾਸ ਹੋਈ ਆ। ਪਰ ਗੱਲ ਇਹ ਵੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਵੀ ਜੇਕਰ ਇਹ ਨਹੀਂ ਸਾਡੀ ਸੁਣਦੇ ਤਾਂ ਇਹਨਾਂ ਨੂੰ ਲਾਹਣਤਾਂ ਪਾਉਣੀਆਂ ਵੀ ਸਾਡਾ ਫਰਜ਼ ਬਣਦਾ। ਉਹਨਾਂ ਨੇ ਇਹ ਗੱਲ ਕਹੀ ਵੀ ਦੁਸਹਿਰੇ ਦਾ ਤਿਉਹਾਰ ਆ ਜਿਹੜਾ, ਉਦੋਂ ਅਸੀਂ ਪੁਤਲੇ ਕਿਉਂ ਫੂਕਦੇ ਆ ਵੀ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋਈ ਹੈ, ਤੇ ਬਦੀ ਸਾਡੇ ਨਾਲ ਕੀਤੀ ਜਾ ਰਹੀ ਹੈ ਤੇ ਨੇਕ ਨੀਤੀ ਨਾਲ ਅਸੀਂ ਚੱਲ ਰਹੇ 10.5 ਮਹੀਨਿਆਂ ਤੋਂ। ਇਸ ਕਰਕੇ ਜਿਹੜੇ ਸਾਨੂੰ ਖਲਨਾਇਕ ਲੱਗਦੇ ਆ, ਅਸੀਂ ਉਹਨਾਂ ਦੇ ਪੁਤਲੇ ਫੂਕਾਂਗੇ। ਉਹ ਕਹਿੰਦੇ ਇਹ ਇੱਕ ਪ੍ਰਤੀਕ ਦੇ ਤੌਰ ਦੇ ਉੱਤੇ ਆ। ਜੇ ਤੁਸੀਂ ਇਹ ਗੱਲ ਕਹਿੰਦੇ ਆ ਵੀ ਭਾਈ ਅਸੀਂ ਹਿੰਦੂ ਧਰਮ ਦੀ ਆਸਥਾ ਨੂੰ ਸੱਟ ਮਾਰਦੇ ਆ, ਇਹ ਬਿਲਕੁਲ ਝੂਠਾ। ਉਹ ਤਾਂ ਸਾਡੇ ਭਰਾ, ਉਹ ਕਹਿੰਦੇ ਵੀ ਅਸੀਂ ਤਾਂ ਬਾਰਡਰਾਂ ਦੇ ਉੱਤੇ ਭਗਵਤ ਗੀਤਾ ਦਾ ਪਾਠ ਵੀ ਕਰਦੇ ਰਹੇ ਹਾਂ, ਉੱਥੇ ਤਾਂ ਅਸੀਂ ਜਿਹੜੀ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਵੀ ਪੜ੍ਹਦੇ ਰਹੇ, ਮੁਸਲਮਾਨ ਭਾਈਚਾਰੇ ਦੇ ਲੋਕ, ਅਸੀਂ ਉੱਥੇ ਹਰ ਰੋਜ਼ ਅਰਦਾਸ ਵੀ ਕਰਦੇ ਰਹੇ ਹਾਂ। ਤੁਸੀਂ ਸਾਨੂੰ ਇਦਾਂ ਪਾੜਨ ਦੀ ਕੋਸ਼ਿਸ਼ ਨਾ ਕਰੋ। ਪੁਤਲੇ ਕਿਉਂ ਫੂਕੇ ਜਾ ਰਹੇ ਆ, ਇਹਦੇ ਬਾਰੇ ਸੋਚੋ। ਬਿਲਕੁਲ ਸਹੀ ਗੱਲ ਹੈ। ਦੇਖੋ, ਆਪਣੀਆਂ ਨੀਤੀਆਂ ਠੀਕ ਕਰੋ। ਉਹ ਕਦੋਂ ਚਾਹੁੰਦੇ ਨੇ ਕਿ ਉਹ ਪੁਤਲੇ ਫੂਕਣ? ਜੇਕਰ ਉਹਨਾਂ ਦੇ ਹੱਕ ਉਹਨਾਂ ਨੂੰ ਮਿਲ ਜਾਣ ਤਾਂ ਉਹ ਕਿਉਂ ਇਦਾਂ ਸਾਰਾ ਕੁਝ ਕਰਨਗੇ? ਇਸ ਲਈ ਧਰਮ ਦਾ ਪੱਤਾ ਹਰ ਥਾਂ ਦੇ ਉੱਪਰ ਨਹੀਂ ਖੇਡਿਆ ਜਾਣਾ ਚਾਹੀਦਾ। ਲੋਕ ਮਸਾਂ ਇਕੱਠੇ ਹੋਏ ਨੇ, ਲੋਕਾਂ ਦੇ ਵਿੱਚ ਏਕਾ ਰਹਿਣ ਦਿਓ। ਲੋਕਾਂ ਨੂੰ ਵੀ ਇਕੱਠੇ ਰਹਿਣਾ ਪਊਗਾ, ਤਾਂ ਹੀ ਆਪਾਂ ਨਜਿੱਠ ਸਕਾਂਗੇ, ਗਲਤ ਦੇ ਖਿਲਾਫ ਆਪਾਂ ਖੜ ਸਕਾਂਗੇ। ਨਹੀਂ ਤਾਂ ਹੁਣ ਤੱਕ ਸਾਨੂੰ ਪਾੜ ਕੇ, ਸਾਨੂੰ ਇਹਨਾਂ ਨੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਖੇਡ ਕੇ ਜਿੰਨਾ ਅੱਡ ਕਰ ਦਿੱਤਾ, ਉਸ ਤੋਂ ਬਾਅਦ ਵਿੱਚ ਅਸੀਂ ਤਾਂ ਵੈਸੇ ਹੀ ਟੁੱਟ ਚੁੱਕੇ ਆ, ਹਨਾ, ਤੇ ਉਹਦਾ ਹੀ ਫਾਇਦਾ ਹੀ ਲੋਕ ਚੁੱਕਦੇ ਰਹੇ ਨੇ। ਸੋ ਇਸ ਲਈ ਹੁਣ ਅਸੀਂ ਟੁੱਟੀਏ ਨਾ, ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਤੇ ਕੋਈ ਪਹੁੰਚਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਸਾਡੇ ਦੇਸ਼ ਦੀ ਬਦਕਿਸਮਤੀ ਹੈ ਵੀ ਜਦੋਂ ਅਸੀਂ ਕਹਿੰਦੇ ਵੀ ਹਸਪਤਾਲ ਹੈ ਨਹੀਂ, ਸਿੱਖਿਆ ਦੀਆਂ ਸਹੂਲਤਾਂ ਹੈ ਨਹੀਂ, ਸੜਕਾਂ ਚੰਗੀਆਂ ਹੈ ਨਹੀਂ, ਬੇਰੁਜ਼ਗਾਰੀ ਖਤਮ ਕਰਨ ਦੇ ਤੁਹਾਡੇ ਕੋਲੇ ਤਰੀਕੇ ਹੈ ਨਹੀਂ, ਰੁਜ਼ਗਾਰ ਦੇ ਵਸੀਲੇ ਹੈ ਨਹੀਂ, ਇਹ ਕਹਿਣਗੇ ਅਸੀਂ ਇੱਕ ਧਾਰਮਿਕ ਥਾਂ ਬਣਾਵਾਂਗੇ, ਅਸੀਂ ਫਲਾਣੀ ਥਾਂ ਦੇ ਉੱਤੇ ਫਲਾਣੇ ਧਰਮ ਦੀ ਇੱਕ ਥਾਂ ਬਣਾ ਦੇਾਂਗੇ, ਅਸੀਂ ਫਲਾਣੀ ਥਾਂ ਦੇ ਉੱਤੇ ਇੱਕ ਫਲਾਣਾ ਉਤਸਵ ਕਰਾ ਦੇਾਂਗੇ। ਵੀ ਉਹਦੇ ਨਾਲ ਲੋਕਾਂ ਦਾ ਢਿੱਡ ਕਿਵੇਂ ਭਰੂਗਾ? ਕਦੇ ਇਹ ਸੋਚ ਕੇ ਦੇਖਿਓ। ਬਹੁਤ ਸਾਰੀਆਂ ਧਾਰਮਿਕ ਥਾਵਾਂ ਭਾਰਤ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਹੈਗੀਆਂ, ਪਰ ਤੁਸੀਂ ਰੁਜ਼ਗਾਰ ਦੀ ਗੱਲ ਕਿਉਂ ਨਹੀਂ ਕਰਦੇ? ਤੁਸੀਂ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਿਉਂ ਨਹੀਂ ਕਰਦੇ? ਸੋ ਜੇਕਰ ਕਿਸੇ ਨੂੰ ਇਹ ਲੱਗਦਾ ਵੀ ਭਾਈ ਇਹ ਸਿਰਫ ਹਿੰਦੂ ਧਰਮ ਦੇ ਤਿਉਹਾਰਾਂ ਦੇ ਉੱਤੇ ਹੀ ਸੱਟ ਮਾਰਦੇ ਆ, ਤਾਂ ਇਹਨਾਂ ਨੂੰ ਬੇਨਤੀ ਕਰਨੀ ਬਣਦੀ ਆ ਕਿ 1 ਸਾਲ ਪੂਰਾ ਹੋ ਜਾਣਾ ਹੁਣ। ਇਹਨਾਂ ਕਿਸਾਨਾਂ ਨੇ ਨਵਾਂ ਸਾਲ ਵੀ ਉੱਥੇ ਮਨਾਇਆ ਬਾਰਡਰਾਂ ਤੇ, ਇਹਨਾਂ ਕਿਸਾਨਾਂ ਨੇ 26 ਜਨਵਰੀ 15 ਅਗਸਤ ਵੀ ਉੱਥੇ ਮਨਾਈ, ਇਹਨਾਂ ਨੇ ਉੱਥੇ ਲੋਹੜੀ ਵੀ ਮਨਾਈ, ਇਹਨਾਂ ਨੇ ਉੱਥੇ ਹੋਲੀ ਵੀ ਮਨਾਈ, ਇਹਨਾਂ ਨੇ ਗੁਰੂ ਸਾਹਿਬਾਨ ਦੇ ਜਿਹੜੇ ਸ਼ਹੀਦੀ ਦਿਹਾੜੇ ਜਾਂ ਜਿਹੜੇ ਗੁਰਪੁਰਬ ਆ ਇਹ ਵੀ ਉੱਥੇ ਮਨਾਏ। ਇਹਨਾਂ ਨੇ ਹਰ ਉੱਥੇ ਤਿਉਹਾਰ ਬਣਾਇਆ, ਹਰ ਦਿਨ ਤਿਉਹਾਰ ਉੱਥੇ ਮਨਾਉਣਾ ਇਹਨਾਂ ਦੀ ਮਜਬੂਰੀ ਵੀ ਬਣਿਆ, ਜ਼ਰੂਰੀ ਵੀ ਬਣਿਆ। ਸੋ ਇਸ ਕਰਕੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਤੇ ਕੰਮ ਦੀ ਗੱਲ ਤੇ ਆਉਣਾ ਚਾਹੀਦਾ। ਬਿਲਕੁਲ ਸਹੀ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਜੀ। ਤੇ ਆਪਾਂ ਅੱਗੇ ਵਧੀਏ ਟਾਣਾ ਸਾਹਿਬ। ਕਾਂਗਰਸੀਆਂ ਨੇ ਵੀ ਕਹਿੰਦੇ ਮੌਨ ਵਰਤ ਰੱਖ ਲਿਆ। ਬੜੀ ਚੰਗੀ ਗੱਲ ਆ, ਕੁਝ ਕੁ ਨੂੰ ਤਾਂ ਪੱਕਾ ਹੀ ਰੱਖਣਾ ਚਾਹੀਦਾ। ਨਹੀਂ, ਹਾਂ, ਜਿਹੜੇ ਕੰਮ ਕਰੋ
ਕੰਮ ਕਰਕੇ ਦਿਖਾਓ ਜੀ, ਬਿਲਕੁਲ ਕਰਕੇ ਦਿਖਾਓ। ਹਰ ਇੱਕ ਮੁੱਦੇ ਤੇ ਰਾਜਨੀਤੀ ਹੁੰਦੀ ਚੰਗੀ ਨਹੀਂ ਲੱਗਦੀ। ਕੱਲਾ ਮੌਨ ਵਰਤ ਰੱਖ ਕੇ ਵੀ ਮੈਨੂੰ ਲੱਗਦਾ ਤੁਸੀਂ ਕੁਝ ਨਹੀਂ ਕਰ ਸਕਦੇ, ਆਪਾਂ ਨੂੰ ਖੜਨਾ ਪਏਗਾ, ਹਨਾ, ਆਪਾਂ ਨੂੰ ਕੁਝ ਬੋਲਣਾ ਚਾਹੀਦਾ ਹੈ। ਪਰ ਇਹਨਾਂ ਨੇ ਇਸ ਵਾਰ ਮੌਨ ਵਰਤ ਜਿਹੜਾ ਰੱਖਿਆ, ਲਖੀਮਪੁਰ ਖੀਰੀ ਦੇ ਵਿੱਚ ਜੋ ਕੁਝ ਵੀ ਹੋਇਆ, ਇਹ ਕਹਿੰਦੇ ਜਦ ਤੱਕ ਇੱਕ ਤਾਂ ਜਿਹੜਾ ਮਿਸ਼ਰਾ ਹੈ ਉਹਨੂੰ ਪਾਰਟੀ ਬਾਹਰ ਨਹੀਂ ਕੱਢ ਦਿੰਦੀ, ਜਦੋਂ ਤੱਕ ਇਸ ਮਸਲੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਕਹਿੰਦੇ ਅਸੀਂ ਮੌਨ ਵਰਤ ਰੱਖਾਂਗੇ। ਦੇਖੋ, ਕਾਂਗਰਸ ਦੇ ਵੱਖ-ਵੱਖ ਵਰਕਰਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੌਨ ਰੱਖਿਆ ਗਿਆ ਨਾ, ਉਹਦੀਆਂ ਤਸਵੀਰਾਂ ਸਾਹਮਣੇ ਆਈਆਂ ਵੀ ਕਿਸ ਤਰੀਕੇ ਦੇ ਨਾਲ ਸਿਆਸੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਮੌਨ ਦਾ ਮਤਲਬ ਕੀ ਹੁੰਦਾ? ਬਿਲਕੁਲ ਚੁੱਪ, ਕਿਸੇ ਨਾਲ ਗੱਲ ਨਹੀਂ ਕਰਨੀ, ਨਾ ਕਿਸੇ ਨਾਲ ਟੈਲੀਫੋਨ ਤੇ ਗੱਲ ਕਰਨੀ ਹੈ, ਨਾ ਨਾਲ ਬੈਠੇ ਨਾਲ ਗੱਲ ਕਰਨੀ ਹੈ, ਨਾ ਕਿਸੇ ਕੰਨ ਦੇ ਵਿੱਚ ਘੁਸਰ ਮੁਸਰ ਕਰਨੀ ਹੈ, ਮਤਲਬ ਜ਼ੁਬਾਨ ਨੂੰ ਤਾਲਾ ਲਾਉਣਾ ਹੈ। ਬਿਲਕੁਲ ਜੀ, ਤਾਲਾ ਲਾ ਕੇ ਰੱਖਣਾ ਵੀ ਅਸੀਂ ਵਿਰੋਧ ਦੇ ਰੂਪ ਦੇ ਵਿੱਚ ਕੁਝ ਕਹਿਣਾ ਹੀ ਨਹੀਂ ਚਾਹੁੰਦੇ। ਨਿਸ਼ਬਦ ਕਰਤਾ ਤੁਸੀਂ ਸਾਨੂੰ, ਅਸੀਂ ਬੋਲਾਂਗੇ ਹੀ ਨਹੀਂ, ਅਸੀਂ ਬੋਲਾਂਗੇ ਨਹੀਂ। ਇਹ ਤੁਹਾਡੇ ਇੱਕ ਰੋਸ ਦਾ ਪ੍ਰਗਟਾਵਾ। ਪਰ ਉੱਥੇ ਕੀ ਦੇਖਿਆ? ਕੋਈ ਮੋਬਾਈਲ ਤੇ ਗੱਲਾਂ ਕਰੀ ਜਾਂਦਾ ਹੌਲੀ ਹੌਲੀ ਇਦਾਂ, ਕੋਈ ਨਾਲ ਦੇ ਕੰਨ ਦੇ ਵਿੱਚ ਘੁਸਰ ਮੁਸਰ ਕਰੀ ਜਾਂਦਾ, ਤੇ ਉਹੀ ਫੋਟੋ ਸਾਹਮਣੇ ਆ ਗਈ ਆ। ਇਹ ਮੌਨ ਵਰਤ ਦੇ ਵਿੱਚ ਮੋਬਾਈਲ ਆਉਂਦਾ ਕਿ ਨਹੀਂ, ਹੁਣ ਇਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਕੰਨ ਦੇ ਵਿੱਚ ਘੁਸਰ ਮੁਸਰ ਆਉਂਦੀ ਕਿ ਨਹੀਂ, ਇਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਹਾਂ, ਵੀ ਇਹ ਕਾਹਦਾ ਮੌਨ ਵਰਤ ਹੋਇਆ? ਮੌਨ ਵਰਤ ਦਾ ਮਤਲਬ ਕਿ ਤੁਸੀਂ ਆਲੇ ਦੁਆਲੇ ਵੇਖੋ ਹੀ ਨਾ ਵੀ ਕੌਣ ਆ ਕੌਣ ਨਹੀਂ ਆ, ਚੁੱਪਚਾਪ ਜਿੱਥੇ ਬੈਠੇ ਹੋ ਪ੍ਰਦਰਸ਼ਨ ਕਰ ਰਹੇ ਹੋ, ਤੁਸੀਂ ਬੈਠੇ ਰਹੋ ਕਿ ਆਪਣਾ ਗੁੱਸਾ ਜ਼ਾਹਰ ਕਰ ਰਹੇ ਹੋ। ਤੁਸੀਂ ਇਹ ਥੋੜੀ ਵੀ ਤੁਸੀਂ ਕਹਿੰਦੇ ਹੋ ਬਾਕੀਆਂ ਨਾਲ ਮੌਨ ਹੈ, ਵੀ ਕਿਸੇ ਹੋਰ ਨਾਲ ਨਹੀਂ ਮੈਂ ਬੋਲਣਾ, ਪਰ ਜਿਹੜਾ ਨਾਲ ਬੈਠਾ ਉਹਦੇ ਨਾਲ ਗੱਲ ਕਰੋ। ਜਾਂ ਫਿਰ ਇਹ ਲਿਖੋ ਤੁਸੀਂ ਬੋਰਡ ਦੇ ਉੱਤੇ, ਫੱਟੇ ਦੇ ਉੱਤੇ, ਵੀ ਭਾਈ ਫਲਾਣੇ ਦੇ ਨਾਲ ਨਹੀਂ ਬੋਲਣਾ, ਹਾਂ, ਆਪਸ ਚ ਗੱਲਾਂ ਕਰਾਂਗੇ। ਨਹੀਂ, ਪਰ ਜੇ ਉਹ ਇਹ ਲਿਖ ਦਿੰਦੇ ਵੀ ਫਲਾਣੇ ਨਾਲ ਨਹੀਂ ਬੋਲਣਾ, ਤੇ ਇਹਦੇ ਨਾਲ ਕੀ ਫਰਕ ਪੈਂਦਾ? ਉਹ ਕਹਿਣਗੇ ਨਾ ਬੋਲੋ। ਤੇ ਹੁਣ ਕੀ ਫਰਕ ਪਿਆ? ਪੂਰੀ ਤਰ੍ਹਾਂ ਤਿਆਰੀ ਨਹੀਂ ਸੀ। ਬਿਲਕੁਲ, ਅਸਲ ਦੇ ਵਿੱਚ ਗੱਲ ਇਹ ਆ ਵੀ ਜਿਨ੍ਹਾਂ ਦੇ ਘਰ ਦੇ ਵਿੱਚ 70 ਵਿਸ਼ੇ ਹੈ ਨਾ, ਦੁੱਖ ਸਾਰੀ ਉਮਰ ਉਹਨਾਂ ਨੂੰ ਰਹਿਣਾ। ਬਾਕੀ ਤਾਂ ਮੀਡੀਆ ਨੇ ਵੀ ਤੇ ਬਾਕੀ ਨੇਤਾਵਾਂ ਨੇ ਵੀ 10 ਦਿਨਾਂ ਬਾਅਦ ਭੁੱਲ ਜਾਣਾ। ਅੱਜ ਭੋਗ ਪੈ ਗਿਆ ਟਾਣਾ ਸਾਹਿਬ, ਤੇ ਇਸ ਭੋਗ ਤੋਂ ਬਾਅਦ ਵਿੱਚ ਕਿੰਨੇ ਕੁ ਲੋਕ ਚੇਤੇ ਰੱਖਣਗੇ ਆਪਾਂ ਜਾਣਦੇ ਹਾਂ। ਇਹ ਸਿਰਫ ਤੇ ਸਿਰਫ ਇਹ ਪੀੜ, ਇਹ ਦਰਦ ਉਹਨਾਂ ਪਰਿਵਾਰਾਂ ਦੇ ਲਈ ਸਦਾ ਦੇ ਲਈ ਰਹਿ ਗਿਆ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀ ਗਵਾਏ ਨੇ। ਰਾਜਨੀਤੀ ਹੋ ਰਹੀ ਹੈ ਪੂਰੀ ਤਰ੍ਹਾਂ ਦੇ ਨਾਲ ਇਸ ਮੁੱਦੇ ਦੇ ਉੱਪਰ। ਅਸੀਂ ਚਾਹੁੰਦੇ ਹਾਂ ਕਿ ਇਨਸਾਫ ਮਿਲੇ, ਜ਼ਰੂਰ ਮਿਲੇ। ਔਰ ਆਪਾਂ ਹਮੇਸ਼ਾ ਅਕਸਰ ਗੱਲ ਕਰਦੇ ਹਾਂ ਕਿ ਇਨਸਾਫ ਦੇ ਵਿੱਚ ਦੇਰੀ ਵੀ ਨਾ ਇਨਸਾਫੀ ਹੁੰਦੀ ਹੈ, ਇਸ ਲਈ ਦੇਰੀ ਨਹੀਂ ਹੋਣੀ ਚਾਹੀਦੀ। ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਜ਼ਰੂਰ ਹੋਣਾ ਚਾਹੀਦਾ ਹੈ। ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ। ਬਹੁਤ ਰਾਜਨੀਤੀ ਹੋ ਚੁੱਕੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਭਾਵੇਂ ਕਾਂਗਰਸੀ ਆ, ਭਾਵੇਂ ਅਕਾਲੀ ਦਲ ਦੇ ਆਗੂ ਆ, ਭਾਵੇਂ ਆਪ ਵਾਲੇ, ਤੇ ਭਾਵੇਂ ਕੋਈ ਹੋਰ ਆ ਦੂਜਾ ਤੀਜਾ, ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਭਾਈ ਇਸ ਮਸਲੇ ਦੀ ਗੰਭੀਰਤਾ ਨੂੰ ਸਮਝੋ ਜੀ। ਆਪਾਂ ਕਹਿੰਦੇ ਵੀ ਲਖੀਮਪੁਰ ਖੀਰੀ ਦੇ ਵਿੱਚ ਜੋ ਤਸ਼ੱਦਦ ਹੋਇਆ ਉਹ ਨਾ ਸਹਿਣਯੋਗ ਆ, ਬਿਲਕੁਲ ਸਹੀ ਗੱਲ ਆ, ਬਿਲਕੁਲ। ਪਰ ਪੰਜਾਬ ਦੇ ਵਿੱਚ ਕਿਹੜਾ ਕਿਸਾਨਾਂ ਨਾਲ ਹੋ ਨਹੀਂ ਰਿਹਾ? ਆ ਲਖੀਮਪੁਰ ਖੀਰੀ ਕਾਂਡ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਕਿੰਨੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਆ। ਉਹਨਾਂ ਦੇ ਘਰਾਂ ਦੇ ਵਿੱਚ ਆਪਾਂ ਕਿਉਂ ਨਹੀਂ ਜਾਂਦੇਗੇ? ਉੱਥੇ ਵੀ ਜਾਣਾ ਚਾਹੀਦਾ। ਤੁਸੀਂ ਇਹ ਵੇਖੋ, ਗੁਲਾਬੀ ਸੁੰਡੀ ਨੇ ਕਹਿਰ ਵਰਤਾਇਆ ਸੀ ਪੰਜਾਬ ਦੇ ਵਿੱਚ, ਮਾਲਵਾ ਖੇਤਰ ਸਾਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਤੁਹਾਡੇ ਕੋਲੇ ਪਾਰਟੀ ਫੰਡ ਬਥੇਰਾ ਹੁੰਦਾ, ਤੁਸੀਂ ਪਾਰਟੀ ਫੰਡ ਦੇ ਵਿੱਚੋਂ ਦਿਓ ਉਹਨਾਂ ਕਿਸਾਨਾਂ ਨੂੰ। ਤੁਹਾਨੂੰ ਦਿਸ ਰਿਹਾ ਵੀ ਕਿਸਾਨ ਆਪਣਾ ਜਵਾਨ ਨਰਮਾ ਵਾਹੀ ਜਾਂਦੇ ਆ। ਬਿਲਕੁਲ। ਤੁਹਾਨੂੰ ਦਿਸ ਰਿਹਾ ਵੀ ਭਾਈ ਇਹ ਪੈਸਟੀਸਾਈਡ ਕੰਪਨੀਆਂ ਦੇ ਵੱਲੋਂ ਕੀਤਾ ਗਿਆ ਧੋਖਾ। ਤੁਹਾਨੂੰ ਦਿਸ ਰਿਹਾ ਬੀਜ ਕੰਪਨੀਆਂ ਦੇ ਵੱਲੋਂ ਧੋਖਾ ਕੀਤਾ ਗਿਆ। ਤੁਹਾਨੂੰ ਦਿਸ ਰਿਹਾ ਵੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ, ਤੇ ਤੁਸੀਂ ਆਪਦੇ ਪਾਰਟੀ ਫੰਡ ਦੇ ਵਿੱਚੋਂ ਦਿਓ। ਕਿੰਨੇ ਕਿਸਾਨ ਖੁਦਕੁਸ਼ੀ ਉੱਥੇ ਵੀ ਕਰ ਗਏ ਨੇ ਇਸੇ ਦੁੱਖ ਦਾ ਕਰਕੇ। ਉੱਥੇ ਆਪਾਂ ਕੋਈ ਵੀ ਨਹੀਂ ਪੁੱਛ ਰਿਹਾ ਵੀ ਕੀ ਹੋਇਆ ਕੀ ਨਹੀਂ ਹੋਇਆ। ਗੱਲ ਇਹ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੌਣ ਕਰੂ? ਬੀਜ ਕੰਪਨੀਆਂ ਕਿਤੇ ਕਿਸਾਨਾਂ ਨੇ ਤਾਂ ਨਹੀਂ, ਕਿਸਾਨਾਂ ਦੀਆਂ ਤਾਂ ਨਹੀਂ ਹੈਗੀਆਂ ਉਹ, ਜਾਂ ਜਿੰਨੀਆਂ ਪੈਸਟੀਸਾਈਡ ਰੇਹਾਂ ਸਪਰੇਆਂ ਇਹ ਕਿਤੇ ਕਿਸਾਨਾਂ ਦੀਆਂ ਕੰਪਨੀਆਂ ਤਾਂ ਨਹੀਂ ਹੈਗੀਆਂ। ਇਹਨਾਂ ਦੇ ਉੱਪਰ ਕਾਰਵਾਈ ਕੌਣ ਕਰੂਗਾ ਬਈ? ਹਰਮਨ ਜੀ, ਜਦੋਂ ਅੱਜ ਸਵੇਰ ਦੇ ਵੇਲੇ ਅਖਬਾਰਾਂ ਪੜ੍ਹੀਆਂ ਨਾ, ਤਾਂ ਯਕੀਨ ਮੰਨਿਓ ਕਾਲਜਾ ਮੂੰਹ ਨੂੰ ਆ ਗਿਆ ਵੀ ਜਿਹੜੇ ਅਸੀਂ ਲੋਕਾਂ ਨੂੰ ਅੱਤਵਾਦੀ ਕਹਿੰਦੇ ਆ, ਕਿਸਾਨਾਂ ਨੂੰ ਅੱਤਵਾਦੀ ਕਹੀ ਜਾਂਦੇ ਆ, ਇਹਨਾਂ ਕਿਸਾਨਾਂ ਦੇ ਧੀਆਂ ਪੁੱਤ ਬਾਰਡਰਾਂ ਦੇ ਉੱਤੇ ਰਾਖੀ ਕਿਵੇਂ ਕਰਦੇ ਆ। ਇਹ ਜਿਹੜੇ ਬੇਸ਼ਰਮ ਕਿਸਮ ਦੇ ਲੋਕ ਆ, ਉਹਨਾਂ ਨੂੰ ਕਦੇ ਇਸ ਗੱਲ ਦੀ ਸਮਝ ਨਹੀਂ ਆਉਣੀ ਵੀ ਅਸੀਂ ਕਿਸਾਨ ਨੂੰ ਅੱਤਵਾਦੀ ਨਾ ਕਹੀਏ, ਕਿਸਾਨ ਨੂੰ ਨਕਸਲੀ ਨਾ ਕਹੀਏ, ਕਿਸਾਨ ਨੂੰ ਵਿਕਿਆ ਹੋਇਆ ਨਾ ਕਹੀਏ, ਕਿਸਾਨ ਨੂੰ ਦੇਸ਼ ਧਰੋਹੀ ਨਾ ਕਹੀਏ। ਮੇਰੀ ਇੱਕ ਬੇਨਤੀ ਆ, ਮੈਂ ਅਗਲੀ ਗੱਲ ਫੇਰ ਸਾਂਝੀ ਕਰਦਾ। ਬੀਜੇਪੀ ਦੇ ਜਾਂ ਜਿਹੜੀਆਂ ਵੀ ਸਿਆਸੀ ਪਾਰਟੀਆਂ, ਜਿਹੜੇ ਸਿਖਰਲੇ ਨੇਤਾ, ਉਹਨਾਂ ਦੇ ਕਿੰਨੇ ਧੀਆਂ ਪੁੱਤ ਜਾਂ ਕਿੰਨੇ ਰਿਸ਼ਤੇਦਾਰ ਵੱਖ-ਵੱਖ ਥਾਵਾਂ ਦੇ ਉੱਤੇ ਆਰਮੀ ਦੇ ਵਿੱਚ ਆ, ਦੱਸਣ ਵੀ ਉਹਨਾਂ ਦੇ ਵਿੱਚੋਂ ਕਿੰਨੇ ਜਾਣੇ ਫੌਜ ਦੇ ਵਿੱਚ ਆ। ਇਹ ਤਾਂ ਆਪਦੇ ਧੀਆਂ ਪੁੱਤਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਇਹ ਤਾਂ ਕਹਿੰਦੇ ਵੀ ਪੁੱਤ ਇੱਥੇ ਰਹੋ, ਕਿਉਂਕਿ ਇੱਥੇ ਠੰਡੀ ਥਾਂ, ਇੱਥੇ ਜਾਓ, ਇੱਥੇ ਹੁਣ ਗਰਮ ਥਾਂ। ਪਰ ਉਹ ਜਿਹੜੇ ਬਾਰਡਰਾਂ ਦੇ ਉੱਤੇ ਰਾਖੀ ਕਰਦੇ ਆ ਨਾ, ਉਹ ਇਹਨਾਂ ਕਿਸਾਨਾਂ ਦੇ ਜੰਮੇ ਜਾਏ ਆ। ਇਹ ਕਿਸਾਨੀ ਘਰਾਂ ਦੇ ਵਿੱਚ ਪੈਦਾ ਹੋਏ ਆ। ਆਪਦਿਆਂ ਨੂੰ ਤਾਂ ਇਹ ਕਹਿੰਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਜਾਓ, ਉੱਥੇ ਸੈੱਟ ਕੀਤੇ ਹੋਏ ਨੇ, ਤੇ ਸਾਡੇ ਤੁਹਾਡੇ ਧੀਆਂ ਪੁੱਤ ਜਿਹੜੇ ਨੇ ਉਹ ਬਾਰਡਰਾਂ ਦੀ ਰਾਖੀ ਕਰਨ ਤੇ ਤਾਂ ਵੀ ਨਕਸਲਵਾਦੀ। ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਵਿੱਚ ਲੰਘੇ ਕੱਲ ਜਿਸ ਤਰੀਕੇ ਨਾਲ 5 ਸਾਡੇ ਜਵਾਨ ਸ਼ਹੀਦ ਹੋਏ ਭਾਰਤ ਦੇ, ਉਹਦੇ ਵਿੱਚੋਂ 3 ਪੰਜਾਬ ਦੇ ਆ ਤੇ 1 ਕੇਰਲ ਦਾ ਜਵਾਨ ਆ ਤੇ 1 ਯੂਪੀ ਦਾ ਜਵਾਨ ਆ। ਭਾਵੇਂ ਭਾਰਤ ਦੇ ਕਿਸੇ ਵੀ ਹਿੱਸੇ ਦਾ ਜਵਾਨ ਕਿਉਂ ਨਾ ਹੋਵੇ, ਉਹ ਸਾਡਾ ਮਾਣ ਆ,
ਉਹ ਸਾਡੀ ਸ਼ਾਨ ਆ, ਉਹ ਸਾਡੇ ਦੇਸ਼ ਦੀ ਆਬਰੂ ਨੂੰ ਬਚਾਉਣ ਦੇ ਲਈ ਬਾਰਡਰਾਂ ਦੇ ਉੱਤੇ ਖੜੇ ਆ। ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਉਹਨਾਂ ਦੇ, ਹੈ ਇਹਨਾਂ ਦੇ ਵਿੱਚੋਂ ਕਿਸੇ ਦੀ ਹਿੰਮਤ ਜਿਹੜੇ ਕਹਿਣ ਵੀ ਭਾਈ ਫੌਜ ਦੀ ਥਾਂ ਦੇ ਉੱਤੇ ਅਸੀਂ ਖੜਦੇ ਆ? ਬਿਲਕੁਲ ਸਾਡੇ ਸਹੀ। ਧੀਆਂ ਪੁੱਤ ਜਾਂਦੇ ਆ ਮੁਕਾਬਲਾ ਕਰਨ ਦੇ ਲਈ। ਜੀ ਇਹਨਾਂ ਦੇ ਨਾਂ ਆਪਾਂ ਜ਼ਰੂਰ ਦੱਸ ਦਈਏ ਟਾਣਾ ਸਾਹਿਬ, ਇਹ ਸ਼ਹੀਦਾਂ ਦੇ ਜਿਹੜੇ ਨਾਂ ਨੇ ਉਹ ਹੈ ਜਸਵਿੰਦਰ ਸਿੰਘ, ਮਨਦੀਪ ਸਿੰਘ, ਸਾਰਜ ਸਿੰਘ, ਗੱਜਣ ਸਿੰਘ ਤੇ ਵੈਸਾਖ ਐਚ। ਇਹ ਇਹਨਾਂ ਸ਼ਹੀਦਾਂ ਦੇ ਨਾਂ ਨੇ। ਤੁਸੀਂ ਇਹ ਵੇਖੋ ਕਿ ਵਾਕਈ ਹਰ ਇੱਕ ਅਖਬਾਰ ਦੀ ਸੁਰਖੀ ਸੀ ਇਹ ਕਿ ਇੰਨੇ ਜਵਾਨ ਸ਼ਹੀਦ ਹੋ ਗਏ ਗੋਦੀ ਮੀਡੀਆ ਤੋਂ ਬਿਨਾਂ ਜੀ। ਔਰ ਇਹ ਜਿਹੜੇ ਜਵਾਨ ਸ਼ਹੀਦ ਹੋਏ ਨੇ ਇਹਨਾਂ ਦਾ ਪਿਛੋਕੜ ਤੁਸੀਂ ਵੇਖ ਲਓ, ਕੋਈ ਵੀ ਕਿਤੇ ਐ ਨਹੀਂ ਹੋਊਗਾ ਕਰੋੜਾਪਤੀ ਹੋਵੇ। ਪੰਜੇ ਜਿਹੜੇ ਸ਼ਹੀਦ ਆ ਇਹ ਕਿਸਾਨੀ ਪਰਿਵਾਰਾਂ ਨਾਲ ਸੰਬੰਧਿਤ ਆ। ਔਰ ਸਭ ਤੋਂ ਵੱਡੀ ਚੀਜ਼ ਟਾਣਾ ਸਾਹਿਬ, ਗੱਜਣ ਸਿੰਘ ਦੀ ਜੇ ਆਪਾਂ ਗੱਲ ਕਰੀਏ, ਫਰਵਰੀ ਦੇ ਵਿੱਚ ਵਿਆਹ ਹੋਇਆ ਸੀ ਇਹਨਾਂ ਦਾ ਤੇ ਹੁਣ ਇਹ ਸ਼ਹੀਦ ਹੋ ਗਏ। ਔਰ ਵਿਆਹਣੇ ਕਿਸਾਨੀ ਦਾ ਝੰਡਾ ਲਾ ਕੇ ਟਰੈਕਟਰ ਦੇ ਉੱਪਰ ਵਿਆਹਣ ਗਏ। ਮੈਂ ਨਾ ਜਦੋਂ ਉਹ ਫਰਵਰੀ ਦੇ ਵਿੱਚ ਵਿਆਹ ਹੋਇਆ ਉਦੋਂ ਖਬਰਾਂ ਪੜ੍ਹੀਆਂ ਵੀ ਇੱਕ ਬਹੁਤ ਵੱਡੀ ਤੇ ਵੱਖਰੀ ਪਿਰਤ ਪਾਈ ਇਸ ਨੌਜਵਾਨ ਨੇ ਜੀ। ਇਹ ਨੂਰਪੁਰ ਬੇਦੀ ਦੇ ਇੱਕ ਪਿੰਡ ਦਾ ਰਹਿਣ ਵਾਲਾ ਸਰਦਾਰ ਗੱਜਣ ਸਿੰਘ ਨੌਜਵਾਨ ਤੇ ਜਿਹੜਾ ਹੁਣ ਸ਼ਹੀਦ ਹੋਇਆ, ਉਦੋਂ ਇਹਨੇ ਟਰੈਕਟਰ ਦੇ ਮੂਹਰੇ ਲਾ ਕੇ ਕਿਸਾਨੀ ਝੰਡਾ ਤੇ ਆਪਦੀ ਪਤਨੀ ਨੂੰ ਲੈ ਕੇ ਆਇਆ। ਉਦੋਂ ਇਹ ਬਰਾਤ ਇਵੇਂ ਲੈ ਕੇ ਗਿਆ ਸੀਗਾ। ਸੋ ਪਰ ਹੁਣ ਜਦੋਂ ਉਹਦੀ ਲਾਸ਼ ਆਈ ਹੈ ਤਿਰੰਗੇ ਦੇ ਵਿੱਚ ਲਿਪਟ ਕੇ, ਤਾਂ ਮੇਰਾ ਮਨ ਕਰਦਾ ਉਹਨਾਂ ਨੇਤਾਵਾਂ ਨੂੰ ਵਾਰ-ਵਾਰ ਲਾਹਣਤਾਂ ਪਾਵਾਂ ਜਿਹੜੇ ਇਹ ਗੱਲ ਕਹਿੰਦੇ ਵੀ ਇਹ ਕਿਸਾਨ ਨਹੀਂ, ਇਹ ਕਿਸਾਨ ਵਿਕੇ ਹੋਏ ਹਨ, ਇਹ ਕਿਸਾਨ ਅੱਤਵਾਦੀ ਹਨ। ਉਹ ਅੱਤਵਾਦੀਆਂ ਨਾਲ ਲੜਦੇ ਲੜਦੇ ਇਹ ਮੁੱਕ ਗਏ। ਅੱਤਵਾਦੀਆਂ ਦੇ ਵੱਲੋਂ ਕਿਤੇ ਆਪਣੇ ਦੇਸ਼ ਦੇ ਵਿੱਚ ਪੈਰ ਧਰ ਕੇ ਕੋਈ ਗਲਤ ਕੰਮ ਨਾ ਕੀਤਾ ਜਾਵੇ, ਇਸ ਕਰਕੇ ਆਪਦੀ ਜ਼ਿੰਦਗੀ ਕੁਰਬਾਨ ਕਰਤੀ ਤੇ ਤੁਸੀਂ ਇਹਨਾਂ ਦੇ ਟੱਬਰਾਂ ਦੇ ਉੱਤੇ, ਇਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਸ਼ੱਕ ਕਰਦੇ ਆ ਜੀ। ਔਰ ਇਹਨਾਂ ਨੂੰ ਸਵਾਲ ਕਰਨਾ ਬਣਦਾ ਟਾਣਾ ਸਾਹਿਬ, ਜਿਹੜੇ ਉਦੋਂ ਵਾਰ-ਵਾਰ ਸਵਾਲ ਚੁੱਕਦੇ ਸੀ ਕਿ ਇਹ ਕਿਸਾਨ, ਇਹ ਲੋਕ ਤਿਰੰਗੇ ਦੀ ਕੀਮਤ ਨਹੀਂ ਜਾਣਦੇ, ਇਹ ਤਿਰੰਗੇ ਦਾ ਆਦਰ ਨਹੀਂ ਕਰਦੇ, ਇਹਨਾਂ ਦਾ ਤਿਰੰਗਾ ਨਹੀਂ ਹੈ। ਇਹਨਾਂ ਨੂੰ ਦੱਸੋ ਹੁਣ ਕਿ ਅੱਖਾਂ ਖੋਲ ਕੇ ਵੇਖੋ, ਇਹਨਾਂ ਕਿਸਾਨਾਂ ਦੀਆਂ, ਇਹਨਾਂ ਕਿਸਾਨਾਂ ਦੇ ਧੀਆਂ ਪੁੱਤਾਂ ਦੀਆਂ ਜਿਹੜੀਆਂ ਲਾਸ਼ਾਂ ਨੇ, ਜਿਹੜੇ ਸਰਹੱਦਾਂ ਦੇ ਉੱਪਰ ਸ਼ਹੀਦ ਹੁੰਦੇ ਨੇ, ਉਹ ਇਸ ਤਿਰੰਗੇ ਦੇ ਵਿੱਚ ਲਿਪਟ ਕੇ ਹੀ ਪਿੰਡਾਂ ਨੂੰ ਪਰਤਦੀਆਂ ਨੇ। ਜਿਹੜੀਆਂ ਸਿਆਸੀ ਪਾਰਟੀਆਂ ਨੇ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਆਪਦੇ ਦਫ਼ਤਰ ਦੇ ਉੱਤੇ ਝੰਡਾ ਨਹੀਂ ਲੱਗਣ ਦਿੱਤਾ, ਤਿਰੰਗਾ ਨਹੀਂ ਲੱਗਣ ਦਿੱਤਾ, ਉਹ ਅੱਜ ਤਿਰੰਗੇ ਦੇ ਸਨਮਾਨ ਦੀ ਗੱਲ ਕਰਦੀਆਂ। ਬਿਲਕੁਲ ਸਹੀ ਹੈ। ਉਹ ਇਹ ਗੱਲ ਕਹਿਣਗੇ ਵੀ ਭਾਈ ਤਿਰੰਗੇ ਦਾ ਅਪਮਾਨ ਕੀਤਾ ਕਿਸਾਨਾਂ ਨੇ। ਉਹ ਇਹ ਗੱਲ ਕਹਿੰਦੇ 26 ਜਨਵਰੀ ਦੇ ਮੌਕੇ ਦੇ ਉੱਤੇ ਕਿਸਾਨਾਂ ਨੇ ਤਿਰੰਗੇ ਦਾ ਅਪਮਾਨ ਕਰਕੇ ਤੇ ਦੇਸ਼ ਵਾਸੀਆਂ ਦੇ ਮਾਣ ਸਨਮਾਨ ਨੂੰ ਸੱਟ ਮਾਰੀ ਆ ਲਓ ਪਾਓ ਇਹਦੀ ਥਾਂ ਦੇ ਉੱਤੇ। ਜੀ ਗੱਲ ਇਹ ਹੈ ਟਾਣਾ ਸਾਹਿਬ, ਮਾਫ ਕਰਨਾ ਗੱਲਾਂ ਕੌੜੀਆਂ ਨੇ ਪਰ ਸੱਚੀਆਂ ਨੇ। ਆਪਦੇ ਧੀਆਂ ਪੁੱਤ ਹੁਣ ਤਾਂ ਪਤਾ ਹੋਵੇ ਵੀ ਕਿਸੇ ਦੇ ਧੀ ਪੁੱਤ ਦਾ ਦੁੱਖ ਕੀ ਹੁੰਦਾ। ਗੱਲ ਬਿਲਕੁਲ ਤੁਹਾਡੀ ਸਹੀ ਹੈ, ਪਰ ਦੇਸ਼ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਤਿਰੰਗੇ ਦਾ ਸਨਮਾਨ ਕਿਵੇਂ ਹੁੰਦਾ। ਅਸੀਂ ਵੀ ਤਿਰੰਗੇ ਦਾ ਸਨਮਾਨ ਕਰਦੇ ਆ, ਇਹ ਸਾਡਾ ਫਰਜ਼ ਆ ਵੀ ਤਿਰੰਗੇ ਦੇ ਲਈ ਜਾਨ ਵੀ ਦੇਈਏ। ਤਿਰੰਗਾ ਕਿਸੇ ਇੱਕ ਦਾ ਨਹੀਂ ਦੇਖੋ ਜੀ, ਤਿਰੰਗਾ ਕਿਸੇ ਇੱਕ ਸਿਆਸੀ ਧਿਰ ਦਾ ਜਾਂ ਇੱਕ ਬੰਦੇ ਦਾ ਨਹੀਂ, ਤਿਰੰਗਾ ਸਾਡੀ ਸਾਰਿਆਂ ਦੀ ਸ਼ਾਨ ਹੈ ਔਰ ਅਸੀਂ ਇਹਦਾ ਬਹੁਤ ਸਨਮਾਨ ਕਰਦੇ ਹਾਂ। ਬਿਲਕੁਲ ਹਰਮਨ ਜੀ, ਜਦੋਂ ਕਿਸਾਨੀ ਦੀ ਗੱਲ ਕਰਨੀ ਲੱਗੇ ਆ ਤਾਂ ਬਹੁਤ ਸਾਰੇ ਮਨ ਦੇ ਵਿੱਚ ਖਿਆਲ ਆਉਂਦੇ ਆ ਵੀ ਕੀ ਕੁਝ ਚੱਲ ਰਿਹਾ ਤੇ ਕਿਵੇਂ ਕਿਵੇਂ ਚੱਲ ਰਿਹਾ ਤੇ ਕਦੋਂ ਕਿ ਇਹ ਜਾ ਕੇ ਨਿਬੇੜਾ ਹੋਊਗਾ ਜੀ। ਗੱਲ ਇਹ ਨਹੀਂ ਵੀ ਖੇਤੀ ਕਾਨੂੰਨ ਰੱਦ ਕਦੋਂ ਹੋਣਗੇ, ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਅੱਜ ਹੀ ਰੱਦ ਹੋ ਜਾਣ, ਕਿਸਾਨ ਆਪਦੇ ਘਰਾਂ ਨੂੰ ਪਰਤ ਕੇ ਆਉਣ, ਪਰ ਹਾਲਾਤ ਜਿਹੋ ਜਿਹੇ ਬਣੇ ਪਏ ਆ ਉਹ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਇਵੇਂ ਰਹਿਣੇ ਆ, ਕਿਉਂਕਿ ਸਾਡੀਆਂ ਸਰਕਾਰਾਂ ਨੇ ਇਸ ਤੋਂ ਬਾਅਦ ਕਿਸਾਨਾਂ ਨੂੰ ਹੋਰ ਛਿਲਣਾ ਸ਼ੁਰੂ ਕਰ ਦੇਣਾ। ਆਪਾਂ ਜਾਣਦੇ ਵੀ ਟੋਲ ਪਲਾਜ਼ੇ ਬੰਦ ਆ ਜੀ, ਇਹ ਕਿਸਾਨਾਂ ਦੇ ਮੂਹਰੇ ਕੁਸਕਦੇ ਨਹੀਂ ਕਿਉਂਕਿ ਕਿਸਾਨਾਂ ਦਾ ਡਰ ਆ ਇਹਨਾਂ ਨੂੰ। ਪਰ ਜਿਸ ਦਿਨ ਇਹ ਅੰਦੋਲਨ ਸਮਾਪਤ ਹੋਇਆ, ਇਹਨਾਂ ਨੇ ਕੋਈ ਨਾ ਕੋਈ ਕਤਿੱਤ ਕਰਕੇ ਇੱਕਦਮ ਰੇਟ ਹੋਰ ਵਧਾ ਦੇਣੇ ਆ। ਜਿਵੇਂ ਜੇਕਰ ਟੋਲ ਪਲਾਜ਼ਾ ਦੇ ਕਰਕੇ ਆਮਦਨ ਘਟੀ ਆ ਤੇ ਡੀਜ਼ਲ ਦੇ ਵਿੱਚ, ਪੈਟਰੋਲ ਦੇ ਵਿੱਚ ਵਧਾ ਲਈ ਆ। ਸੋ ਇਹਨਾਂ ਦੇ ਵੱਲੋਂ ਜਿਹੋ ਜਿਹੀਆਂ ਕਤਿੱਤਾਂ ਕੀਤੀਆਂ ਜਾ ਰਹੀਆਂ, ਸਾਡੀ ਜੇਬ ਦੇ ਉੱਤੇ ਡਾਕਾ ਵੱਜਦਾ ਸੀ, ਹੈ ਤੇ ਰਹਿਣਾ। ਪਰ ਗੱਲ ਇਹ ਆ ਨਾ ਟਾਣਾ ਸਾਹਿਬ, ਲੋਕਾਂ ਨੂੰ ਵੀ ਤਾਂ ਸਮਝਣਾ ਪਊਗਾ ਨਾ। ਅਸੀਂ ਕਿੱਥੇ ਘਰਾਂ ਦੇ ਵਿੱਚ ਵੜ ਕੇ ਬੈਠੇ ਆ, ਕੱਲਾ ਫੇਸਬੁੱਕ ਦੇ ਉੱਪਰ ਗੱਲਾਂ ਕਰਨਾ ਥੋੜੀ ਸਾਰਾ ਕੁਝ ਹੋਊਗਾ। ਥੋੜੇ ਜਿਹੇ ਦਿਮਾਗ ਦੇ ਕਵਾੜ ਵੀ ਖੋਲਣੇ ਪੈਣਗੇ। ਤੁਸੀਂ ਕਿਸੇ ਵੀ ਪਾਰਟੀ ਨੂੰ ਪਸੰਦ ਨਾ ਪਸੰਦ ਕਰਦੇ ਹੋ ਸਕਦੇ ਹੋ, ਪਰ ਜੇਕਰ ਕੋਈ ਕੁਝ ਗਲਤ ਜਾਂ ਸਹੀ ਕਰਦਾ ਤਾਂ ਉਹਦੇ ਬਾਰੇ 'ਚ ਵੀ ਗੱਲ ਕਰਿਆ ਕਰੋ। ਵਾਲਿਆਂ ਪਿੱਛੇ, ਫਿਲਮਾਂ ਦੇ ਪਿੱਛੇ, ਲੀਡਰਾਂ ਦੇ ਪਿੱਛੇ ਤੇ ਧਰਮਾਂ ਦੇ ਪਿੱਛੇ ਜੁੰਡੋ ਜੁੰਡੀ ਹੋਣ ਵਾਲੇ ਲੋਕਾਂ ਨੂੰ ਬੇਨਤੀ ਆ ਵੀ ਆ ਹੁਣ ਤੁਹਾਡੇ ਬਾਪੂ ਦੀ ਜੇਬ ਦੇ ਵਿੱਚੋਂ ਨੋਟ ਨਿਕਲਦੇ ਹਰ ਰੋਜ਼। ਜੇ ਤੁਸੀਂ ਆਪ ਨਹੀਂ ਕਮਾਉਂਦੇ, ਆਪ ਤਾਂ ਚਲੋ ਤੁਸੀਂ ਕਲਾਕਾਰਾਂ ਦੇ ਪਿੱਛੇ ਲੜਦੇ ਆ, ਛਿੱਤਰੋ ਛਿੱਤਰੀ ਹੋਈ ਜਾਂਦੇ ਆ ਕਿਉਂਕਿ ਤੁਸੀਂ ਮਹਾਨ ਕੰਮ ਚੁਣੇ ਹੋਏ ਆ। ਤੇ ਮਾੜਾ ਮੋਟਾ ਆਪਦੇ ਬਾਪੂ ਦੀ ਜੇਬ ਦਾ ਖਿਆਲ ਕਰੋ। ਜੇਕਰ ਆਪਦੇ ਬਾਪ ਦੇ ਨਹੀਂ ਸਕੇ ਤਾਂ ਤੁਸੀਂ ਹੋਰ ਕਿਹਦੇ ਸਕੇ ਹੋਵੋਗੇ। ਨਾਲੇ ਮੁੱਕਦੀ ਗੱਲ ਇਹ ਹੈ ਟਾਣਾ ਸਾਹਿਬ ਕਿ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਸਮਰਥਕ ਹੋਏ ਤੇ ਨਾ ਹੋਏ, ਪੈਟਰੋਲ ਉਹਨੂੰ ਵੀ 110 ਰੁਪਏ ਲੀਟਰ ਹੀ ਪੈ ਰਿਹਾ ਤੇ ਇੱਕ ਆਮ ਬੰਦੇ ਨੂੰ ਵੀ 110 ਰੁਪਏ ਲੀਟਰ ਹੀ ਪੈ ਰਿਹਾ। ਐ ਨਹੀਂ ਹੈਗਾ ਕਿ ਜੇ ਤੁਸੀਂ ਕਿਸੇ ਪਾਰਟੀ ਦੇ ਸਮਰਥਕ ਹੋ ਤੇ ਤੁਹਾਨੂੰ ਪੈਟਰੋਲ ਸਸਤਾ ਮਿਲਦਾ ਪਿਆ, ਬਾਕੀਆਂ ਨੂੰ ਮਹਿੰਗਾ ਮਿਲਦਾ ਪਿਆ। ਇਸ ਲਈ ਜ਼ਮੀਰਾਂ ਜਗਾਉਣੀਆਂ ਪੈਣਗੀਆਂ। ਮੈਨੂੰ ਤਾਂ ਕਦੇ ਕਦੇ ਹਰਮਨ ਜੀ ਇਉਂ ਲੱਗਦਾ ਵੀ ਨਾ ਸਾਡੇ ਭਾਰਤ ਦੇ ਲੋਕਾਂ ਦੇ ਵੱਡੇ ਹਿੱਸੇ ਨੇ, ਸਾਰੇ ਤਾਂ ਨਹੀਂ ਮੈਂ ਕਹਿੰਦਾ, ਵੱਡੇ ਹਿੱਸੇ ਨੇ ਇਹ ਮਨ ਬਣਾ ਲਿਆ ਵੀ ਸਾਡੀ ਕਿਸਮਤ 'ਚ ਛਿੱਤਰ ਹੀ ਲਿਖੇ ਆ। ਬਿਲਕੁਲ। ਤੇ ਛਿੱਤਰ ਚਾਰ ਵੱਧ ਕੀ ਪੈ ਗਏ ਤੇ ਘੱਟ ਕੀ ਪੈ ਗਏ, ਜਦੋਂ ਪੈਣੀ ਪੈਣੇ ਆ ਤੇ ਫਿਰ ਆਪਦਾ ਸਿਰ ਮੂਹਰੇ ਰੱਖੋ।
ਬਿਲਕੁਲ ਖਾਈ ਚੱਲੋ, ਅਸੀਂ ਬੋਲਣਾ ਹੀ ਨਹੀਂ ਸਿੱਖੇ ਹੋਏ। ਆ ਸਬਜ਼ੀਆਂ ਦੇ ਭਾਅ ਨਿੱਤ ਵੱਧ ਜਾਂਦੇ ਨੇ, ਉਸ ਤੋਂ ਬਾਅਦ ਹੋਰ ਜਿਹੜੀਆਂ ਆਪਾਂ ਹੋਰ ਗੱਲਾਂ ਵੱਲ ਖਿਆਲ ਕਰੀਏ ਉਹਦੇ ਭਾਅ ਜਿਹੜੇ ਆ ਉਹ ਨਿੱਤ ਵੱਧ ਰਹੇ ਨੇ, ਪਰ ਕੌਣ ਬੋਲ ਰਿਹਾ? ਕੋਈ ਨਹੀਂ। ਆ ਬਿਜਲੀ ਦੇ ਕੱਟ ਲੱਗ ਰਹੇ ਨੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ, ਹਰ ਘਰ 'ਚ ਗੱਲ ਹੋ ਰਹੀ ਹੈ, ਉਹਦੇ ਖਿਲਾਫ ਵੀ ਧਰਨਾ ਕਿਸਾਨਾਂ ਨੇ ਲਾਇਆ। ਕੀ ਗੱਲ ਕੱਲੇ ਕਿਸਾਨ ਬਿਜਲੀ ਬਾਲਦੇ ਨੇ, ਬਾਕੀ ਕੋਈ ਬਿਜਲੀ ਨਹੀਂ ਬਾਲਦਾ? ਨਾਲੇ ਇਹ ਉਹ ਕਿਸਾਨ ਆ ਜਿਹੜੇ ਕਦੇ ਵਿਕੇ ਹੋਏ ਆ, ਤੁਸੀਂ ਵਿਕ ਜਾਓ ਹੁਣ। ਤੇ ਮੈਨੂੰ ਨਾ ਅਖਬਾਰਾਂ 'ਚ ਨਾ ਪੱਤਰਕਾਰਾਂ ਤੇ ਹੈਰਾਨੀ ਹੁੰਦੀ ਹੈ ਜਿਹੜੇ ਲਿਖਦੇ ਲੋਕ ਬਹੁਤ ਖੱਜਲ ਹੋਏ, ਜਿਹੜੇ ਲੋਕ ਘਰਾਂ 'ਚ ਬੈਠੇ ਬਿਨਾਂ ਬਿਜਲੀ ਤੋਂ ਖੱਜਲ ਹੋ ਰਹੇ ਨੇ, ਉਹਨਾਂ ਬਾਰੇ ਤੁਹਾਨੂੰ ਨਹੀਂ ਪਤਾ? ਹੈਰਾਨੀ ਹੁੰਦੀ ਆ, ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਲਗਾਤਾਰ 24 ਘੰਟੇ ਬਿਜਲੀ ਨਹੀਂ ਆਉਂਦੀ। ਸਰਪਲਸ ਸੂਬੇ ਵਾਲੀ ਅਸੀਂ ਗੱਲ ਕਰਦੇ ਆ, ਅਖੇ ਬਿਜਲੀ ਸਰਪਲਸ ਆ, ਪਹਿਲਾਂ ਕਹਿੰਦੇ ਸੀ ਪਾਕਿਸਤਾਨ ਨੂੰ ਵੇਚਿਆ ਕਰਨੀ ਆ, ਤੇ ਹੁਣ ਪੰਜਾਬ 'ਚ ਪੂਰੀ ਨਹੀਂ ਆਉਂਦੀ। ਕੋਲਾ ਤੁਹਾਡੇ ਹੱਥ ਦੇ ਵਿੱਚ ਨਹੀਂ, ਮੁਫਤ ਦੇ ਵਿੱਚ ਬਿਜਲੀ ਦੇਣ ਨੂੰ ਫਿਰਦੇ ਆ, ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ? ਬਿਲਕੁਲ। ਸੋ ਇਸ ਲਈ ਲੋਕਾਂ ਨੂੰ ਜਾਗਣਾ ਪਏਗਾ। ਅਸੀਂ ਬਹੁਤ ਦੇਰ ਹੋ ਗਈ ਛਿੱਤਰ ਖਾਈ ਜਾਂਦੇ ਆ, ਇੰਨੇ ਵੀ ਆਪਣੇ ਆਪ ਨੂੰ ਆਦੀ ਨਾ ਬਣਾਈਏ ਛਿੱਤਰਾਂ ਦੇ ਕਿ ਮੁੜ ਕੇ ਗਲਾਂ ਦੇ ਵਿੱਚ ਵੀ ਛਿੱਤਰਾਂ ਦੇ ਹਾਰ ਪੈਣ ਲੱਗ ਜਾਣ। ਇਸ ਲਈ ਜਾਗੋ, ਇਹ ਵੇਲਾ ਹੈ, ਨਹੀਂ ਤਾਂ ਇਸੇ ਤਰੀਕੇ ਨਾਲ ਸਾਡੇ ਧੀਆਂ ਪੁੱਤ ਭੈਣ ਭਰਾ ਜਿਹੜੇ ਉਹ ਬਾਰਡਰਾਂ ਤੇ ਸ਼ਹੀਦ ਹੋਣਗੇ ਤੇ ਇਹ ਲੋਕ ਸਿਰਫ ਤੇ ਸਿਰਫ ਮੌਜਾਂ ਹੀ ਕਰਨਗੇ, ਹੋਰ ਕੁਝ ਨਹੀਂ ਰਹਿ ਜਾਣਾ ਪਿੱਛੇ। ਸੋ ਜਾਗੋ, ਸੋਚ ਬਦਲੋ, ਜਹਾਨ ਜ਼ਰੂਰ ਬਦਲੇਗਾ। ਤੇ ਇਹਨਾਂ ਗੱਲਾਂ ਦੇ ਨਾਲ ਹੀ ਅਸੀਂ ਪ੍ਰੋਗਰਾਮ ਨੂੰ ਸਮੇਟਦੇ ਹਾਂ। ਇੱਕ ਬੇਨਤੀ ਕਰ ਦਈਏ ਛੋਟੀ ਜੀ ਕਿ ਤੁਹਾਡੇ ਖੇਤਰ ਦੇ ਵਿੱਚ ਜਿੱਥੇ ਵੀ ਤੁਸੀਂ ਪੰਜਾਬ ਦੇ ਜਿਹੜੇ ਵੀ ਹਿੱਸੇ 'ਚ ਰਹਿੰਦੇ ਆ, ਉੱਥੇ ਬਿਜਲੀ ਦੇ ਕਿੰਨੇ ਕੁ ਲੰਮੇ ਕੱਟ ਲੱਗਦੇ ਆ, ਇਹਦੇ ਬਾਰੇ ਜ਼ਰੂਰ ਟਿੱਪਣੀ ਕਰਕੇ ਦੱਸਿਓ, ਤਾਂ ਜੋ ਇੱਕ ਜਾਇਜ਼ਾ ਲਿਆ ਜਾ ਸਕੇ ਵੀ ਪੂਰੇ ਪੰਜਾਬ ਦੇ ਵਿੱਚ ਕਿੰਨੀ ਕੁ ਵੱਡੇ ਸੰਕਟ ਆ। ਜਲੰਧਰ ਦੇ ਵਿੱਚ ਤਾਂ 5-6 ਘੰਟੇ ਦਾ ਲੱਗਦਾ, ਤੇ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਆ ਸਮੇਤ ਤੁਹਾਡੇ ਕੋਈ ਸੰਘਰਸ਼ ਕਰਨ ਦੀ ਗੱਲ ਚੱਲੀ ਕਿ ਨਹੀਂ ਚੱਲੀ? ਵੀ ਭਾਈ ਅਸੀਂ ਬਾਹਰ ਨਿਕਲ ਗਏ, ਕੋਈ ਮਾੜਾ ਮੋਟਾ ਸਰਕਾਰ ਦੇ ਉੱਤੇ ਦਬਾਅ ਬਣਾਈਏ, ਕੋਈ ਹਲਕਾ ਵਿਧਾਇਕ ਨੂੰ, ਕੋਈ MP ਨੂੰ ਜਵਾਬਦੇਹ ਕਰੀਏ, ਕਿਉਂਕਿ ਅਸੀਂ ਉੱਤਰ ਦੇਣ ਵਾਲੇ ਕਈ ਵਾਰੀ ਇਹ ਕਹਿੰਦੇ ਇੱਥੇ ਕੁਝ ਨਹੀਂ ਹੋਣਾ ਬਾਈ ਜੀ, ਇਹ ਸਾਡੇ ਇਲਾਕੇ ਦੇ ਲੋਕਾਂ ਨੇ ਕੁਝ ਨਹੀਂ ਕਰਨਾ। ਆਪਣੇ ਆਪ ਨੂੰ ਗਿਣ ਕੇ ਵਿੱਚ ਦੱਸਣਾ ਵੀ ਕੁਝ ਕੀਤਾ ਵੀ ਕਿ ਨਹੀਂ। ਬਿਲਕੁਲ ਸਹੀ। ਸੋ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ ਜੀ। ਫਿਲਹਾਲ ਅਸੀਂ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ, ਦੁਬਾਰਾ ਮੁਲਾਕਾਤ ਹੋਏਗੀ। ਦਿਓ ਇਜਾਜ਼ਤ ਸਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।